ਭਗਤ ਰੀਤ ਬਿਗਰੈ ਅਬ ਫੇਰੇ, ਭਲਾ ਨ ਮਾਨੈ ਗੋ ਸੁਨ ਕੋਏ। ਆਪਨ ਥਾਨ ਕਰ ਨਾਤੇ ਹਿਤ ਮੈਂ, ਪਠਿਓ ਵਿਪਰ ਤਵ ਕਰਿਓ ਸੋ ਹੋਏ। ਜਗਤ ਰੀਤ ਬਿਗਰੈ ਅਬ ਫੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ, ਚਾਵਰ ਤਖਤ ਛਤਰ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਮਰੱਥ ਪਰਤਖ ਹਾਜ਼ਰ ਨਾਜ਼ਰ ਸਤਿਗੁਰੂ। ਵਾਲੀਏ ਦੋ ਜਹਾਂ ਹਲਤ ਪਲਤ ਦੇ ਰਖਿਅਕ, ਧੰਨ ਧੰਨ ਸਾਹਿਬ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਐਸੇ ਦੀਨ ਦਿਆਲ ਪਰ ਉਪਕਾਰੀ ਸਤਿਗੁਰੂ ਪਾਤਸ਼ਾਹ ਜੀ ਦੀ ਅਪਰੇ ਅਪਾਰ ਕਿਰਪਾ ਰਹਿਮਤ ਬਖਸ਼ ਦਾ ਸਦਕਾ, ਸ਼੍ਰੀ ਦਸ਼ਮੇਸ਼ ਪਿਤਾ ਜੀ, ਸ਼੍ਰੀ ਕਲਗੀਧਰ ਜੀ, ਪੰਥ ਵਾਲੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼, ਅਰਸ਼ਾਂ ਫਰਸ਼ਾਂ ਦੇ ਮਾਲਕ, ਨੀਲੇ ਦੇ ਸ਼ਾਹੇ ਅਸਵਾਰ, ਦੇਗ ਤੇਗ ਦੇ ਧਣੀ, ਮਰਦ ਅਗੰਮੜੇ, ਧੰਨ 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 ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਅਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰਦਿਆਂ, ਯਾਤਰਾ ਕਰਦਿਆਂ, ਸਾਹਿਬਾਨ ਜੀ ਨੂੰ ਨਤਮਸਤਕ ਹੁੰਦਿਆਂ, ਸਤਿਗੁਰੂ ਦੇ ਦਰਸ਼ਨ ਪਰਸਨ ਕਰਦਿਆਂ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ, ਗੁਰੂ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡਿਆਂ ਭਾਗਾਂ ਸਦਕਾ ਗੁਰੂ ਬਖਸ਼ੇ ਹੋਏ ਉਦਮ ਉਪਰਾਲੇ ਪ੍ਰੇਰਨਾ ਦੁਆਰਾ ਆਪ ਜੀ ਨੇ ਸਾਹਿਬਾਂ ਜੀ ਦੇ ਮਹਾਨ ਅਸਥਾਨ ਤੇ ਹਾਜ਼ਰੀ ਭਰ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਰਗਾਹ ਸਾਹਿਬਾਂ ਦੇ ਮਹਾਨ ਅਸਥਾਨ ਤੇ ਸੱਜ ਕੇ ਜੀਵਨ ਦੀਆਂ ਘੜੀਆਂ ਨੂੰ, ਸਮੇਂ ਨੂੰ, ਸਵਾਸਾਂ ਨੂੰ ਸਫਲਿਆਂ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਪਾਵਨ ਅਸਥਾਨ ਤੇ ਲੜੀਵਾਰ ਸਤਿਗੁਰੂ ਜੀ ਦੇ ਜੀਵਨ ਬਿਰਤਾਂਤ, ਗੁਰ ਇਤਿਹਾਸ, ਜੀਵਨ ਕੌਤਕਾਂ ਦੀ ਵਿਚਾਰ ਚੱਲ ਰਹੀ ਹੈ। ਪੰਜਮ ਪਾਤਸ਼ਾਹ ਗੁਰਦੇਵ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਥ, ਧੰਨ 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 ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਹਿ ਸੱਚੇ ਪਾਤਸ਼ਾਹ ਮਹਾਰਾਜ ਜੀ। ਤਿੰਨਾਂ ਦੇ ਫਰਜ਼ੰਦ ਸਾਹਿਬਜ਼ਾਦੇ, ਮੇਰੀ ਪੀਰ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਦੀ ਸਰੀਰਕ ਉਮਰਾ 9 ਕੁ ਸਾਲ ਦੀ ਹੋ ਚੁੱਕੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਦੀਵਾਨ ਚੰਦੂ ਦੇ ਕੱਲੇ ਹੋਏ ਲਾਗੀ ਲੋਕ, ਜਿਨ੍ਹਾਂ ਵਿੱਚ ਪੰਡਤ ਹਨ, ਨਾਈ ਜਿਨ੍ਹਾਂ ਨੂੰ ਲੋਕ ਸਤਿਕਾਰ ਨਾਲ ਰਾਜਾ ਸ਼ਬਦ ਵਰਤਦੇ ਹਨ, ਕੁਛ ਹੋਰ ਸੇਵਾਦਾਰ, ਕਈ ਨਗਰਾਂ ਸ਼ਹਿਰਾਂ ਪਿੰਡਾਂ ਦੇ ਵਿੱਚ ਜਿਹੋ ਜਿਹੀ ਵਰ ਦੀ ਭਾਲ ਕਰਨ ਵਾਸਤੇ ਚੰਦੂ ਨੇ ਤਕੀਦ ਕੀਤੀ ਸੀ, ਉਹੋ ਜਿਹਾ ਵਰ ਢੂੰਡਦੇ ਭਾਲਦੇ ਲੱਭਦੇ ਹੋਏ ਦਿੱਲੀ ਤੋਂ ਚੱਲੇ ਲਾਹੌਰ ਤੱਕ ਜਾ ਪਹੁੰਚੇ। ਲਾਹੌਰ ਸ਼ਹਿਰ ਪਹੁੰਚ ਕੇ ਗੁਰੂ ਕੇ ਸਿੱਖਾਂ ਦੇ ਕੋਲੋਂ ਖਬਰ ਮਿਲੀ ਕਿ ਜਿਹੋ ਜਿਹਾ ਵਰ ਤੁਸੀਂ ਲੱਭਦੇ ਹੋ ਉਹ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸਾਹਿਬਜ਼ਾਦੇ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਹਨ। ਉਹ ਵਰ ਕਿਹੋ ਜਿਹਾ ਲੱਭਦੇ ਸਨ
ਚੰਦੂ ਨੇ 3 ਗੱਲਾਂ ਦਾ ਧਿਆਨ ਰੱਖਣ ਵਾਸਤੇ ਕਿਹਾ ਸੀ ਕਿ ਜਿੱਥੇ ਮੇਰੀ ਬੱਚੀ ਦਾ ਆਨੰਦ ਕਾਰਜ ਵਿਆਹ ਹੋਵੇ ਉਹ ਘਰ ਆਰਥਿਕ ਪੱਖ ਤੋਂ ਤਗੜਾ ਮਜ਼ਬੂਤ ਹੋਵੇ, ਉੱਥੇ ਧਨ ਵਿਭੂਤੀ ਸੰਪਤੀ ਦੀ ਬਹੁਤ ਪਰਵਾਰ ਹੋਵੇ, ਬੇਅੰਤ ਮਾਇਆ ਦਾ ਧਨ ਦਾ ਖਜ਼ਾਨਾ ਹੋਵੇ। ਦੂਸਰਾ, ਉੱਚਾ ਖਾਨਦਾਨ ਘਰਾਣਾ ਉੱਚਾ ਹੋਵੇ, ਨਾਮਣੇ ਵਾਲੀ ਕੁਲ ਹੋਵੇ। ਕਿਉਂਕਿ ਪਿਛਲੇ ਸਮੇਂ 'ਚ ਧੀ ਭੈਣ ਬੱਚੀ ਦਾ ਰਿਸ਼ਤਾ ਕਰਨ ਲੱਗਿਆਂ ਬਹੁਤੇ ਲੋਕ ਇਸ ਗੱਲ ਦਾ ਬੜਾ ਧਿਆਨ ਕਰਦੇ, ਖਿਆਲ ਰੱਖਦੇ ਸਨ ਕਿ ਜਿਸ ਖਾਨਦਾਨ ਕੁਲ ਦੇ ਵਿੱਚ ਧੀ ਭੈਣ ਬੱਚੀ ਦਾ ਰਿਸ਼ਤਾ ਕੀਤਾ ਜਾਣਾ ਹੈ, ਕਿਤੇ ਉਹ ਕੁਲ ਕਲੰਕਿਤ ਤਾਂ ਨਹੀਂ, ਕਿਤੇ ਉਸਦੇ ਬਜ਼ੁਰਗਾਂ ਨੇ ਕਿਤੇ ਅਜਿਹਾ ਕੰਮ ਤਾਂ ਨਹੀਂ ਕੀਤਾ ਕਿ ਆਉਣ ਵਾਲੀਆਂ ਪੀੜ੍ਹੀਆਂ ਤੱਕ ਲੋਕ ਉਹਨਾਂ ਨੂੰ ਉਹਨਾਂ ਦੇ ਮਾੜੇ ਕੰਮਾਂ ਕਰਕੇ ਯਾਦ ਕਰਦੇ ਹੋਣ। ਇਸ ਗੱਲ ਦਾ ਸਮਾਜ ਵਿੱਚ ਵਰਤੋਂ ਵਰਤਾਅ ਕਰਨ ਦੇ ਲਈ ਬੜਾ ਧਿਆਨ ਰੱਖਿਆ ਜਾਂਦਾ ਸੀ। ਚੰਦੂ ਇਹਨਾਂ ਗੱਲਾਂ ਤੋਂ ਜਾਣੂ ਸੀ, ਇਸ ਵਾਸਤੇ ਇਸਨੇ ਦੂਜੀ ਸ਼ੈ ਜਿਹੜੀ ਸੀ ਉਹ ਕੁਲ ਦਾ ਖਾਨਦਾਨ ਦਾ ਨਾਮਣਾ ਵੇਖਣ ਵਾਸਤੇ ਕਹੀ ਕਿ ਉਹ ਵਡਿਆਈ ਨਾਮਣੇ ਵਾਲੀ ਸਤਿਕਾਰਤ ਕੁਲ ਹੋਵੇ, ਉੱਚਾ ਖਾਨਦਾਨ ਹੋਵੇ। ਤੀਜੀ ਜਿਹੜੀ ਸਭ ਤੋਂ ਸਰਵੋਤਮ ਗੱਲ ਸੀ, ਆਹ 2 ਚੀਜ਼ਾਂ ਤਾਂ ਅੱਜ ਕੱਲ੍ਹ ਲੋਕ ਬਹੁਤੇ ਵੇਖ ਲੈਂਦੇ ਹਨ। ਤੀਜੀ ਸ਼ੈ ਕਿਹੜੀ ਸੀ? ਜਿਹੜਾ ਵਰ ਹੈ ਨਾ ਉਹ ਬੜਾ ਸੋਹਣਾ ਸੁਨੱਖਾ ਯੋਗ ਹੋਵੇ। ਸੋ ਉਸ ਘਰ ਵਿੱਚ ਹੀ ਮੇਰੀ ਬੱਚੀ ਦਾ ਰਿਸ਼ਤਾ ਕਰਕੇ ਆਉਣਾ, ਚੰਦੂ ਨੇ ਇਹ ਗੱਲ ਪੱਕੀ ਕੀਤੀ ਹੈ। ਸੋ ਉਹ ਲਾਗੀ ਲੋਕ ਫਿਰਦੇ ਤੁਰਦੇ ਢੂੰਡਦੇ ਭਾਲ ਕਰਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ। ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਮਹਾਨ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕੀਤੇ। ਭਟਕਦਾ ਹੋਇਆ ਅਸ਼ਾਂਤ ਬੇਚੈਨ ਮਨ ਟਿਕਾ ਵਿੱਚ ਆ ਗਿਆ, ਠੰਡ ਪੈ ਗਈ, ਸ਼ਾਂਤੀ ਆ ਗਈ। ਇੱਥੋਂ ਦਾ ਰੂਹਾਨੀਅਤ ਭਰਿਆ ਵਾਤਾਵਰਨ ਵੇਖ ਕੇ, ਇੱਥੋਂ ਦਾ ਆਭਾ ਮੰਡਲ ਮਹਿਸੂਸ ਕਰਕੇ ਸਿਆਣੇ ਪੰਡਤ ਨੇ ਤੱਕਿਆ ਕਿ ਇਹੋ ਜਿਹਾ ਘਰ, ਇਹੋ ਜਿਹਾ ਟਿਕਾਣਾ ਤੇ ਇਹੋ ਜਿਹਾ ਵਾਰ ਹੋਰ ਕਿਤੇ ਨਹੀਂ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਉਸ ਸੰਸਾਰ ਦੇ ਵਿੱਚੋਂ ਸੋਹਣੇ ਮਹਾਨ ਮਹਾਂਪੁਰਖ ਹਨ। ਸਰੀਰਕ ਸੁੰਦਰਤਾ ਕਰਕੇ, ਡੀਲ ਡੌਲ ਕਰਕੇ ਅਤਿਅੰਤ ਹੀ ਸੁੰਦਰ ਹਨ, ਜਿਨ੍ਹਾਂ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਵੇਖਣ ਵਾਲਿਆਂ ਦੇ, ਦਰਸ਼ਨ ਕਰਨ ਵਾਲਿਆਂ ਦੇ ਮਨ ਮੋਹੇ ਜਾਂਦੇ ਹਨ। ਉਹ ਹੋਰ ਕਿਸੇ ਚੀਜ਼ ਨੂੰ ਵੇਖਣਾ ਪਸੰਦ ਨਹੀਂ ਕਰਦੇ, ਜਿਹੜੇ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਦੀਦਾਰ ਕਰ ਲੈਂਦੇ ਨੇ। ਸਾਰੀ ਸੋਚ ਵਿਚਾਰ ਤੋਂ ਬਾਅਦ ਗੁਰੂ ਅਰਜਨ ਦੇਵ ਪਾਤਸ਼ਾਹ ਨਾਲ ਗੱਲ ਕੀਤੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਵੀ ਹਾਂ ਕੀਤੀ ਹੈ। ਲਾਗੀ ਲੋਕ ਇਹ ਕਹਿ ਕੇ ਕਿ ਅਸੀਂ ਦਿੱਲੀੋਂ ਵਾਪਸ ਆ ਕਰਕੇ ਜੋ ਮੰਗਣੇ ਦੀ ਰਸਮ ਹੈ ਉਹ ਸਾਰੀ ਪੂਰੀ ਕਰਾਂਗੇ। ਉਹ ਵਾਪਸ ਦਿੱਲੀ ਚਲੇ ਗਏ। ਚੰਦੂ ਨੂੰ ਜਾ ਕਰਕੇ ਸਾਰੀ ਗੱਲਬਾਤ ਦੱਸੀ। ਜੋ ਬਾਦਸ਼ਾਹ ਜਹਾਂਗੀਰ ਦਾ ਦੀਵਾਨ ਸੀ, ਇੱਕ ਤਾਂ ਉੱਚੇ ਰੁਤਬੇ ਦਾ, ਅਹੁਦੇ ਦਾ ਮਾਣ ਹੰਕਾਰ ਹੈ, ਦੂਸਰਾ ਧਨ ਸੰਪਤੀ ਕੋਲ ਹੈ, ਤੀਜਾ ਕਸ਼ਤਰੀ ਹੈ। ਇਹ ਸਾਰੀਆਂ ਗੱਲਾਂ ਜਿੱਥੇ ਰਲ ਜਾਣ ਉੱਥੇ ਮਾਣ ਅਭਿਮਾਨ ਹੰਕਾਰ ਆਉਣਾ ਲਾਜ਼ਮੀ ਹੁੰਦਾ ਹੈ। ਜਿੱਥੇ ਧਨ ਵਿਭੂਤੀ ਹੋਵੇ, ਅਹੁਦਾ ਹੋਵੇ, ਮਾਣ ਸਨਮਾਨ ਹੋਵੇ, ਲੋਕਾਂ 'ਤੇ ਹੁਕਮ ਚੱਲਦਾ ਹੋਵੇ, ਉੱਥੇ ਕੋਈ ਹੰਕਾਰੀ ਨਾ ਹੋਵੇ, ਇਹ ਅਸੰਭਵ ਜੀ ਗੱਲ ਪ੍ਰਤੀਤ ਹੁੰਦੀ ਹੈ। ਚੰਦੂ ਇਹਨਾਂ ਔਗਣਾਂ ਦਾ ਗਰਸਿਆ ਹੋਇਆ ਸੀ। ਸਿਆਣੇ ਪੰਡਤ ਨੇ ਜਾ ਕੇ ਸਤਿਗੁਰੂ ਦੇ ਘਰ ਦੀ ਮਹਿਮਾ ਕੀਤੀ ਤੇ ਹੰਕਾਰੀ ਬੰਦਾ ਆਪਣੀ ਵਡਿਆਈ ਦੇ ਸਾਹਮਣੇ ਕਿਸੇ ਦੀ ਵਡਿਆਈ ਨਹੀਂ ਸੁਣ ਸਕਦਾ, ਕਿਸੇ ਦੀ ਸਿਫਤ ਨਹੀਂ ਸੁਣ ਸਕਦਾ। ਸਤਿਗੁਰੂ ਦੇ ਘਰ ਦੀ ਸੱਚੀ ਤੇ ਸੁੱਚੀ ਮਹਿਮਾ ਵਡਿਆਈ ਸੁਣ ਕੇ ਦੁਸ਼ਟ ਚੰਦੂ ਸੜ ਬਲ ਗਿਆ ਤੇ ਉਸਨੇ ਸਤਿਗੁਰੂ ਦੇ ਘਰ ਦੀ ਨਿੰਦਾ ਕੀਤੀ ਕਿ ਮੇਰਾ ਘਰ ਤਾਂ ਚੁਬਾਰੇ ਦੀ ਨਿਆਈ ਹੈ। ਜਿਵੇਂ ਚੁਬਾਰੇ ਦੇ ਉੱਪਰ ਲੱਗੀ ਹੋਈ ਇੱਟ ਜਿਹੜੀ ਸ਼੍ਰੋਮਣੀ ਹੁੰਦੀ, ਉੱਚੇ ਥਾਂ ਹੁੰਦੀ ਹੈ,
ਗੁਰੂ ਘਰ ਨੂੰ ਨੀਵਾਂ ਵਿਖਾਇਆ ਇਸਨੇ ਕਿ ਜਿਵੇਂ ਘਰ ਦੀ ਮੋਰੀ ਹੋਵੇ ਜਿੱਥੋਂ ਪਾਣੀ ਪੂਣੀ ਨਿਕਲਦਾ ਹੈ, ਇਸ ਤਰ੍ਹਾਂ ਦਾ ਉਹਨੇ ਸਤਿਗੁਰੂ ਪਾਤਸ਼ਾਹ ਦੇ ਘਰ ਵਾਸਤੇ ਘਟੀਆ ਵਿਚਾਰ ਤਕਰਾਰ ਕਰਦਿਆਂ ਹੋਇਆ ਤਰਕ ਕੁਤਰਕ ਕੀਤੀ। ਪੰਡਤ ਨੇ ਬਥੇਰਾ ਸਮਝਾਇਆ, ਪਰ ਉਹ ਦੁਸ਼ਟ ਸੁਭਾਅ ਵਾਲਾ ਚੰਦੂ ਇਸੇ ਗੱਲ ਤੇ ਅੜਿਆ ਰਿਹਾ। ਜੇਕਰ ਖਾਨਦਾਨ ਦੀ ਗੱਲ ਚੱਲੀ ਤੇ ਖਾਨਦਾਨ ਪੱਖੋਂ ਇਹ ਕਹਿਣ ਲੱਗਾ ਕਿ ਉਹ ਸ਼੍ਰੀ ਖੱਤਰੀ ਹਨ, ਅਸੀਂ 2.5 ਘਰ ਦੇ ਖੱਤਰੀ, 2.5 ਘਰ ਦੇ ਖੱਤਰੀ ਉੱਚੇ ਹੁੰਦੇ ਹਨ ਸ਼੍ਰੀ ਖੱਤਰੀਆਂ ਨਾਲੋਂ। ਇਸੇ ਤਰ੍ਹਾਂ ਹੀ ਧਨ ਵਿਭੂਤੀ ਦੀ ਗੱਲ ਚੱਲੀ, ਕਹਿਣ ਲੱਗੇ ਸਿੱਖ ਸੰਗਤਾਂ ਲਿਆ ਕੇ ਅਰਪਣ ਕਰਦੀਆਂ ਨੇ। ਸੋ ਉਹਨਾਂ ਦਾ ਗੁਜ਼ਾਰਾ ਤਾਂ ਇਸ ਤਰ੍ਹਾਂ ਚੱਲਦਾ ਹੈ। ਇਹੋ ਜਿਹੀ ਸੋਚ ਬੜੀ ਨੀਵੇਂ ਪੱਧਰ ਦੀ ਸੋਚ ਹੁੰਦੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਘਰ ਦੀ ਮੁਖਾਲਫਤ ਕੀਤੀ, ਨਿੰਦਾ ਕੀਤੀ, ਬਖਤੋਈ ਕੀਤੀ, ਤਰਕ ਕੁਤਰਕ ਕਰਦਿਆਂ ਹੋਇਆਂ ਕਹਿਣ ਲੱਗਾ ਚਲੋ ਕੋਈ ਗੱਲ ਨਹੀਂ, ਤੁਸੀਂ ਗੱਲਬਾਤ ਕਰ ਆਏ ਹੋ ਤੇ ਤੁਹਾਡੀ ਕੀਤੀ ਤੇ ਮੈਂ ਪੂਰਾ ਲੈਂਦਾ ਹਾਂ। ਜੋ ਤੁਸੀਂ ਕਰ ਆਏ ਠੀਕ ਹੋ, ਅਗਲੀ ਤਿਆਰੀ ਕਰੋ ਸਗਾਈ ਵਾਸਤੇ, ਜੋ ਰਿਸ਼ਤਾ ਪੱਕਾ ਕਰਨਾ ਹੈ। ਸੋ ਇਹ ਸਾਰੀ ਗੱਲਬਾਤ ਦਿੱਲੀ ਦੇ ਵਿੱਚ ਚੱਲ ਰਹੀ ਹੈ। ਜਿਵੇਂ ਫਿਰ ਅੱਗੇ ਭਾਈ ਸਾਹਿਬ ਜੀ ਅਗਲਾ ਇਤਿਹਾਸ ਸੁਣਾ ਰਹੇ ਹਨ। ਸ਼ਰਧਾ ਪ੍ਰੇਮ ਭਾਵਨਾ ਦੇ ਸਹਿਤ ਸਰਵਨ ਕਰੀਏ ਜੀ। ਇਤਿਆਦਿਕ ਕੁਛ ਅਪਰ ਵਡਾਈ, ਆਪਣੀ ਕਹੀ ਧਾਰ ਹੰਕਾਰ। ਦੁਸ਼ਟ ਸੁਭਾਅ ਵਾਲੇ ਚੰਦੂ ਨੇ ਇਸ ਤਰ੍ਹਾਂ ਆਪਣੀ ਬਹੁਤ ਸਾਰੀ ਵਡਿਆਈ ਕਹੀ। ਕਿਉਂ ਕਹੀ? ਹੰਕਾਰ ਧਾਰਨ ਕਰਦਿਆਂ, ਕਿਉਂਕਿ ਮਨ 'ਚ ਹੰਕਾਰ ਹੈ ਕਿ ਮੈਂ ਬਾਦਸ਼ਾਹ ਦਾ ਦੀਵਾਨ ਹਾਂ। ਦੀਵਾਨ ਇਸ ਸਮੇਂ ਇਸ ਤਰ੍ਹਾਂ ਸਮਝ ਲਓ ਜਿਵੇਂ ਅੱਜ ਦਾ ਗ੍ਰਹਿ ਮੰਤਰੀ ਹੁੰਦਾ ਹੈ, ਪ੍ਰਧਾਨ ਮੰਤਰੀ ਤੋਂ ਦੂਸਰੇ ਦਰਜੇ ਦਾ। ਸੋ ਉਸ ਸਮੇਂ ਬੜੀ ਇਹ ਪਾਵਰ ਰੱਖਦਾ ਸੀ। ਹੰਕਾਰ ਦੇ ਘੋੜੇ 'ਤੇ ਸਵਾਰ ਹੈ, ਸਮਾਂ ਸਦਾ ਇੱਕ ਰਸ ਨਹੀਂ ਰਹਿੰਦਾ। ਇਹਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਜਿਸ ਜਵਾਈ ਦੀ ਮੈਂ ਨਿੰਦਾ ਕਰ ਰਿਹਾ ਹਾਂ, ਜਿਸ ਨੂੰ ਪੰਡਤ ਮੇਰਾ ਕੁੜਮ ਬਣਾਉਣ ਵਾਸਤੇ ਕਹਿ ਰਿਹਾ ਹੈ, ਉਸ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਦੇ ਵਾਸ ਦੀ ਨਿੰਦਾ ਕਰਨੀ ਮੈਨੂੰ ਬੜੀ ਮਹਿੰਗੀ ਪਵੇਗੀ। ਤੇ ਜਿਸ ਨੂੰ ਮੈਂ ਰਿਸ਼ਤਾ ਕਰਨ ਵਾਸਤੇ ਫਿਰਦਾ, ਉਹਨੇ ਮੇਰੇ ਨੱਕ ਵਿੱਚ ਨਕੇਲ ਪਾ ਕੇ ਲਾਹੌਰ ਦੀਆਂ ਗਲੀਆਂ ਵਿੱਚ ਫਿਰਾਉਣਾ ਹੈ, ਮੇਰਾ ਅੰਤ ਕਰ ਦੇਣਾ ਹੈ। ਦੁਸ਼ਟ ਸੁਭਾਅ ਦੇ ਕਾਰਨ ਮੇਰੇ ਹੰਕਾਰ ਨੂੰ ਉੱਥੇ ਕੋਈ ਥਾਂ ਨਹੀਂ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਨੇ, ਇਸ ਤਰ੍ਹਾਂ ਆਪਣੇ ਆਪ ਦੀ ਵਡਿਆਈ ਕਰਦਿਆਂ ਹੋਇਆਂ ਹੰਕਾਰ ਧਾਰਨ ਕਰਕੇ ਹੰਕਾਰ ਭਰੇ ਬੋਲ ਚੰਦੂ ਨੇ ਬੋਲੇ। ਕਹਿਓ ਸਗਨ ਕੋ ਅਬਲੇ ਗਮਨੋ, ਜਥਾ ਜੋਗ ਜੈਸੋ ਵਿਵਹਾਰ। ਤੇ ਚੰਦੂ ਆਖਣ ਲੱਗਾ ਪੰਡਤ ਬ੍ਰਾਹਮਣ ਲਾਗੀਆਂ ਤਾਈ ਕਿ ਜਾਓ ਹੁਣ ਤੁਸੀਂ ਸ਼ਗਨ ਲੈ ਜਾਓ ਰਿਸ਼ਤਾ ਪੱਕਾ ਕਰਨ ਵਾਸਤੇ। ਜਥਾ ਜੋਗ ਜਿਹੋ ਜਿਹਾ ਵਿਵਹਾਰ ਜੋ ਕਾਰ ਵਿਹਾਰ ਕੀਤਾ ਜਾਂਦਾ ਹੈ ਉਹ ਕਰਨਾ ਕਰੋ। ਚੰਦੂ ਦਾਰਾ ਨੇ ਸਭ ਦੀਨਸ, ਚੱਲਿਓ ਪੰਥ ਦਿਜ ਆਨੰਦ ਧਾਰ। ਚੰਦੂ ਦੀ ਦਾਰਾ ਧਰਮ ਪਤਨੀ ਇਸਤਰੀ ਨੇ ਜੋ ਸ਼ਗਨ ਵਾਸਤੇ ਚੀਜ਼ ਵਾਸਤੇ ਸਮਾਨ ਚਾਹੀਦਾ ਹੁੰਦਾ ਹੈ, ਸਗਾਈ ਵਾਸਤੇ ਜੋ ਚੀਜ਼ਾਂ ਦੀ ਲੋੜ ਹੁੰਦੀ ਹੈ, ਉਹ ਸਾਰੀ ਸਮੱਗਰੀ ਸਾਰਾ ਸਾਜੋ ਸਮਾਨ ਦਿੱਤਾ। ਪੰਡਤ ਬ੍ਰਾਹਮਣ ਜਿਹੜਾ ਸੀ ਬੜਾ ਆਨੰਦ ਧਾਰ ਕੇ ਬੜੀ ਖੁਸ਼ੀ ਵਿੱਚ, ਕਿਉਂਕਿ ਉਹ ਤਾਂ ਉੱਥੋਂ ਦਾ ਰੂਹਾਨੀਅਤ ਭਰਿਆ ਵਾਤਾਵਰਨ ਵੇਖ ਆਇਆ ਸੀ, ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੀ ਸ਼ਾਨ ਤੱਕ ਆਇਆ ਸੀ, ਫਿਰ 2 ਗੁਰੂ ਸਰੂਪਾਂ ਦੇ ਦਰਸ਼ਨ ਕਰ ਆਇਆ ਸੀ। ਪੰਡਤ ਤਾਂ ਬੜੀ ਸ਼ਰਧਾ ਵਿੱਚ ਸੀ ਤੇ ਉਹ ਬੜਾ ਆਨੰਦ ਧਾਰ ਕਰਕੇ ਖੁਸ਼ੀ ਨਾਲ ਭਰਿਆ ਹੋਇਆ ਚੱਲਿਆ। ਸਮਧੀ ਮਿਲੇ ਮਹਾਤਮ ਜਾਣੈ, ਅਬ ਦੀਵਾਨ ਇਮ ਕਰਤ ਉਚਾਰ। ਉਹ ਪੰਡਤ ਤੁਰਿਆ ਜਾ ਰਿਹਾ ਰਸਤੇ 'ਚ ਤੇ ਨਾਲ ਸੋਚਦਾ ਜਾਂਦਾ ਕਿ ਜਦੋਂ ਸਮਧੀ ਮਿਲੇ ਗੁਰੂ ਅਰਜਨ ਦੇ ਪਾਤਸ਼ਾਹ ਜਿਹੜੇ ਇਹਨਾਂ ਦੇ ਕੁੜਮ ਬਾਨੇ ਨੇ, ਜਦੋਂ ਇਹਨਾਂ ਨੂੰ ਮਿਲਣਗੇ ਨਾ ਗੱਲਬਾਤ ਕਰੇਗਾ ਉਹਨਾਂ ਨਾਲ, ਉਹਨਾਂ ਦੇ ਦਰਸ਼ਨ ਕਰੇਗਾ, ਫਿਰ ਉਹਨਾਂ ਦਾ ਮਹਾਤਮ ਜਾਣੇਗਾ। ਕਿਉਂਕਿ ਬੰਦਾ ਚੁੱਪ ਕਰਕੇ ਬੈਠਾ ਰਵੇ, ਚਾਲ ਗੁਫਤਾਰ ਤੇ ਰੁਫਤਾਰ ਕਹਿੰਦੇ ਬੰਦੇ ਦੀ ਪਛਾਣ ਕਰਾਉਂਦੀ ਹੈ।
ਇਹ ਸਮਾਜਿਕ ਬੰਦਿਆਂ ਦਾ ਵਿਚਾਰ ਹੈ ਕਿ ਬੰਦੇ ਦੀ ਬੋਲ ਚਾਲ, ਗੱਲਬਾਤ, ਚੱਲਣ ਦਾ ਢੰਗ, ਤਰੀਕਾ, ਉਸ ਦਾ ਪਹਿਰਾਵਾ ਉਸ ਦੀ ਪਛਾਣ ਕਰਵਾ ਦਿੰਦਾ ਹੈ। ਪਰ ਇਹ ਤਾਂ ਬਾਹਰੀ ਤੌਰ 'ਤੇ ਹੈ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸੱਤਿਆ ਨੂੰ ਕੋਈ ਕਿਵੇਂ ਵੇਖ ਸਕਦਾ ਸੀ? ਜੋ ਬ੍ਰਹਮ ਦਾ, ਪਰਮੇਸ਼ਰ ਦਾ ਸਰੂਪ ਨੇ, ਤਾਂ ਭੱਟ ਸਾਹਿਬ ਵੀ ਕਹਿ ਸਕਦੇ ਕਿ ਗੁਰ ਅਰਜਨ ਪ੍ਰਤੱਖ ਹਾਰ ਜਪਿਓ, ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਚੰਦੂ ਵਰਗੇ ਦੁਸ਼ਟਵਾਨ ਨੂੰ ਕੀ ਦੱਸਣਾ ਸੀ? ਪਰ ਪੰਡਤ ਮਨ ਵਿੱਚ ਬੜਾ ਖੁਸ਼ ਹੋ ਕੇ ਦਿੱਲੀ ਤੋਂ ਅੰਮ੍ਰਿਤਸਰ ਸਾਹਿਬ ਨੂੰ ਆ ਰਿਹਾ, ਰਸਤੇ 'ਚ ਸੋਚਦਾ ਹੈ ਕਿ ਹੁਣ ਜਿਹੜਾ ਚੰਦੂ ਇਸ ਤਰ੍ਹਾਂ ਦੀਆਂ ਉੱਚੀਆਂ ਨੀਵੀਆਂ ਗੱਲਾਂ ਕਰਦਾ ਨਾ, ਹੰਕਾਰ ਭਰੀਆਂ, ਜਦੋਂ ਆਪਣੇ ਕੁੜਮਾਂ ਨੂੰ ਮਿਲੇਗਾ ਫਿਰ ਉਹ ਸਾਰਾ ਮਹਾਤਮ ਜਾਣੇਗਾ, ਫਿਰ ਗੁਰੂ ਘਰ ਦੀ ਵਡਿਆਈ ਸਮਝੇਗਾ। ਜਬ ਚੰਦੂ ਗੁਰ ਨਿੰਦ ਉਚਾਰੀ, ਕੇਤਿਕ ਗੁਰ ਸਿੱਖ ਹੁਤੋ ਸੋ ਪਾਸ। ਜਦੋਂ ਦੁਸ਼ਟ ਚੰਦੂ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਨਿੰਦਾ ਉਚਾਰੀ, ਨਿੰਦਾ ਕਹੀ, ਨਿੰਦਾ ਕੀਤੀ, ਕੇਤਕ ਗੁਰ ਸਿੱਖ, ਕੇਤਕ ਕੁਝ ਕੁ ਗੁਰੂ ਕੇ ਸਿੱਖ ਹੁਤੇ ਸੋ ਪਾਸ, ਪਾਸ ਨੇੜੇ ਹੀ ਸਨ। ਉਹ ਗੁਰੂ ਕੇ ਸਿੱਖ ਭਾਵਨਾ ਸ਼ਰਧਾ ਵਾਲੇ ਉਸ ਸਮੇਂ ਚੰਦੂ ਦੇ ਨੇੜੇ ਸਨ। ਜਦੋਂ ਇਸ ਨੇ ਇਹੋ ਜਿਹੇ ਕਬੋਲ ਬੋਲੇ, ਨਿੰਦਾ ਭਰੇ ਬੋਲ, ਗੁਰੂ ਸਾਹਿਬ ਜੀ ਦੀ ਸ਼ਾਨ ਦੇ ਖਿਲਾਫ ਬੋਲੇ, ਉਹ ਬੋਲ ਕੁਛ ਸਿੱਖਾਂ ਨੇ ਸੁਣ ਲਏ। ਭਈ ਸੰਜ ਸਭ ਸੰਗਤ ਇਕੱਠੀ, ਧਰਮਸ਼ਾਲਾ ਮਹਿ ਭਜਨ ਪ੍ਰਕਾਸ਼। ਸਾਂਝ ਸ਼ਾਮਾਂ ਦੇ ਸਮੇਂ ਜਦੋਂ ਧਰਮਸ਼ਾਲਾ ਵਿੱਚ ਸਿੱਖ ਸੰਗਤਾਂ ਭਜਨ ਬੰਦਗੀ ਕਰਨ ਵਾਸਤੇ ਇਕੱਠੀਆਂ ਹੋਈਆਂ। ਅੱਜ ਕੱਲ੍ਹ ਤਾਂ ਵਿਚਾਰੇ ਇਕੱਲੇ ਗ੍ਰੰਥੀ ਸਿੰਘ ਹੀ ਸ਼ਾਮਾਂ ਨੂੰ ਸੁੱਖ ਆਸਣ ਕਰਕੇ ਇਕੱਲੇ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਰੂਪ ਬਿਰਾਜਮਾਨ ਕਰ ਰਹੇ ਹੁੰਦੇ ਨੇ। ਪਰ ਪੁਰਾਣੇ ਸਮੇਂ ਧਰਮਸ਼ਾਲਾ ਵਿੱਚ ਗੁਰੂ ਘਰ ਸ਼ਾਮਾਂ ਦੇ ਸਮੇਂ ਬੜੀ ਸੰਗਤ ਜੁੜਦੀ ਸੀ ਅਤੇ ਸਿਮਰਨ ਭਜਨ ਬੰਦਗੀ ਰਲ ਕੇ ਇਕੱਠਿਆਂ ਕੀਤਾ ਜਾਂਦਾ ਸੀ। ਜਦੋਂ ਸਾਂਝ ਹੋ ਗਈ, ਸ਼ਾਮਾਂ ਪੈ ਗਈਆਂ, ਸਾਰੀਆਂ ਸਿੱਖ ਸੰਗਤਾਂ ਗੁਰੂ ਘਰ ਦੇ ਵਿੱਚ ਧਰਮਸ਼ਾਲਾ ਵਿੱਚ ਇਕੱਠੀਆਂ ਹੋਈਆਂ। ਭਜਨ ਪ੍ਰਕਾਸ਼ ਸਿਮਰਨ ਕਰਨ ਵਾਸਤੇ, ਬੰਦਗੀ ਕਰਨ ਵਾਸਤੇ ਜਦੋਂ ਸਿੱਖ ਇਕੱਠੇ ਹੋਏ। ਸਭ ਮੈਂ ਬਿਦਤ ਕੀਨ ਬਿਰਤੰਤ, ਸੋ ਸ਼ਾਹ ਸਚਿਵ ਜੇ ਸੁਮਤ ਬਿਨਾਸ਼। ਉੱਥੇ ਫਿਰ ਜਦੋਂ ਭਜਨ ਬੰਦਗੀ ਸਿਮਰਨ ਤੋਂ ਸਿੱਖ ਵਿਹਲੇ ਹੋਏ ਤਾਂ ਉਸ ਸਮੇਂ ਫਿਰ ਇਹ ਗੱਲ ਸਾਰੇ 'ਚ ਵਿਦਤ ਕਰ ਦਿੱਤੀ, ਪ੍ਰਗਟ ਕਰ ਦਿੱਤੀ। ਉਹ ਸਾਰਾ ਬਿਰਤਾਂਤ ਜਿਵੇਂ ਸ਼ਾਹ ਸਚਿਵ, ਬਾਦਸ਼ਾਹ ਜਹਾਂਗੀਰ ਦਾ ਸਚਿਵ ਜਿਹੜਾ ਮੁੱਖ ਵਜ਼ੀਰ ਹੈ, ਚੰਦੂ ਦੀਵਾਨ, ਜਿਸ ਮਤ ਵਿਨਾਸ਼, ਜਿਸ ਦੀ ਸ੍ਰੇਸ਼ਟ ਮਤ ਮਾਰੀ ਗਈ ਹੈ, ਜਿਸ ਦੀ ਬੁੱਧੀ ਭ੍ਰਿਸ਼ਟ ਹੋ ਚੁੱਕੀ ਹੈ, ਉਹ ਦੁਸ਼ਟ ਸੁਭਾਅ ਵਾਲਾ ਜਿਹੜਾ ਚੰਦੂ ਹੈ। ਨਿਜ ਤੇ ਲਗ ਕਹਿ ਨਾਤਾ ਭੇਜਿਓ, ਸੁਤਾ ਆਪਣੀ ਕੋ ਨਿਰਜਾਸ। ਕੀ ਗੱਲਬਾਤ ਉੱਥੇ ਹੋਈ ਸੰਗਤ ਵਿੱਚ? ਜੋ ਚੰਦੂ ਦੇ ਘਰ ਵਿੱਚ ਗੱਲਬਾਤ ਬਿਰਤਾਂਤ ਸਾਰਾ ਉਹ ਗੱਲਬਾਤ ਚੱਲੀ ਸੀ, ਉਹ ਜਿਉਂ ਦੀ ਤਿਉਂ ਸਿੱਖ ਸੰਗਤਾਂ ਵਿੱਚ ਉਹ ਗੱਲ ਪ੍ਰਗਟ ਪ੍ਰਸਿੱਧ ਪ੍ਰਚਲਿਤ ਹੋਈ ਕਿ ਚੰਦੂ ਨੇ ਨਿਜ ਤੇ ਲੱਗ ਕਹੇ, ਸਤਿਗੁਰੂ ਦੇ ਘਰ ਨੂੰ ਆਪਣੇ ਨਾਲੋਂ ਲੱਗ ਕਹਿ ਕੇ, ਲੱਗ ਹੁੰਦਾ ਛੋਟਾ ਕਹਿਣਾ, ਨੀਵਾਂ ਕਹਿਣਾ। ਚੰਦੂ ਨੇ ਸਤਿਗੁਰੂ ਦੇ ਮਹਾਨ ਉੱਚੇ ਘਰ ਨੂੰ ਅਤ ਉੱਚਾ ਤਾਕਾ ਦਰਬਾਰਾ, ਅੰਤ ਨਾਹੀ ਕਿਛ ਪਾਰਾ ਵਾਰਾ। ਉਸ ਘਰ ਨੂੰ ਨੀਵਾਂ ਆਖਿਆ, ਲੱਗ ਕਿਹਾ, ਛੋਟਾ ਕਿਹਾ ਹੈ। ਇੱਕ ਪਾਸੇ ਨਿੰਦਾ ਕੀਤੀ, ਨਾਲੇ ਆਪਣੀ ਭੇਜਿਓ ਸੁਤਾ ਆਪਣੀ ਕੋ ਨਿਰਜਾਸ, ਨਾਤਾ ਭੇਜਿਆ ਹੈ। ਨਾਤਾ ਹੁੰਦਾ ਰਿਸ਼ਤਾ, ਆਪਣੀ ਲੜਕੀ ਦਾ ਰਿਸ਼ਤਾ ਘੱਲਿਆ ਹੈ। ਇਸ ਗੱਲ ਦਾ ਸਾਰੇ ਨਿਰਣਾ ਕਰੋ। ਜਰੀ ਨ ਜਾਏ ਅਜੋਗ ਕਹੀ, ਜਿਮ ਸਭ ਸੰਗਤ ਸੁਣੀਐ ਮਨ ਲਾਏ। ਜੋ ਦੁਸ਼ਟ ਚੰਦੂ ਨੇ ਗੁਰੂ ਘਰ ਦੀ, ਸਤਿਗੁਰੂ ਸਾਹਿਬਾਂ ਦੀ ਨਿੰਦਾ ਕੀਤੀ ਹੈ, ਜਰੀ ਨਹੀਂ ਜਾ ਸਕਦੀ, ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਯੋਗ ਕਹੀ ਜਿਮ, ਜਿਵੇਂ ਸਾਰੀ ਗੱਲਬਾਤ ਇਸਨੇ ਬੜੀ ਅਯੋਗ ਕੀਤੀ ਹੈ। ਅਯੋਗ ਗੱਲਾਂ ਕਹੀਆਂ ਨੇ ਜਿਹੜੀਆਂ ਨਹੀਂ ਸੀ ਕਹਿਣੀਆਂ ਚਾਹੀਦੀਆਂ। ਸਭ ਸੰਗਤ ਸੁਣੀਏ ਮਨ ਲਾਏ। ਸਾਧ ਸੰਗਤ ਜੀ ਸਾਰੇ ਤੁਸੀਂ ਧਿਆਨ ਨਾਲ ਮਨ ਲਾ ਕੇ ਸੁਣੋ। ਜੋ ਦੁਸ਼ਟ ਚੰਦੂ ਨੇ ਸਾਹਿਬਾਂ ਦੀ ਨਿੰਦਾ ਦੇ ਬੋਲ ਕਹੇ ਹਨ। ਤੂੰ ਮੈਂ ਉਚਿਤ ਸੁਧ ਲਿਖਵੇ ਗੁਰ ਕੋ, ਖੱਤਰੀ ਪਤਿਤ ਨ ਭਗਤ ਨ ਪਾਏ।
ਤੇ हे ਸਾਧ ਸੰਗਤ ਜੀ, ਸਿਆਣੇ ਸਿੱਖ ਕਹਿ ਰਹੇ ਬੋਲ ਰਹੇ ਨੇ, ਤੁਮੇ ਉਚਿਤ ਸੁਧ ਲਿਖਵੇ ਗੁਰ ਕੋ। ਇਸ ਵਾਸਤੇ ਤੁਹਾਨੂੰ ਸਤਿਗੁਰੂ ਪਾਤਸ਼ਾਹ ਨੂੰ ਸੁਧ ਖਬਰ ਲਿਖਣ ਵਾਸਤੇ, ਖਬਰ ਭੇਜਣ ਵਾਸਤੇ ਲਿਖਵੇ ਹੁੰਦਾ ਚਿੱਠੀ ਲਿਖਣੀ। ਤੁਮਹਿ ਉਚਿਤ ਸੁਧ ਲਿਖਵੇ ਗੁਰ ਕੋ, ਸਤਿਗੁਰੂ ਪਾਤਸ਼ਾਹ ਨੂੰ ਸੁਧ ਖਬਰ ਲਿਖ ਕਰਕੇ ਘੱਲਣੀ ਤੁਹਾਡੇ ਵਾਸਤੇ ਬੜੀ ਉਚਿਤ ਯੋਗ ਹੈ, ਕਿਉਂਕਿ ਗੁਰ ਕੋ, ਗੁਰੂ ਪਾਤਸ਼ਾਹ ਦੇ ਪਾਸ ਖਬਰ ਘੱਲਣੀ। ਖੱਤਰੀ ਜੋ ਦੁਸ਼ਟ ਚੰਦੂ ਹੈ, ਪਤਤ ਹੁੰਦਾ ਧਰਮ ਇਖਲਾਕ ਤੋਂ ਗਿਰਿਆ ਹੋਇਆ, ਡਿੱਗਿਆ ਹੋਇਆ। ਇਹ ਖੱਤਰੀ ਚੰਦੂ ਧਰਮ ਤੋਂ ਗਿਰਿਆ ਹੋਇਆ, ਇਖਲਾਕ ਤੋਂ ਡਿੱਗਿਆ ਹੋਇਆ ਪਤਤ ਹੈ। ਨਾ ਭਗਤ ਨਾ ਭਾਏ, ਇਹਦੇ ਮਨ ਚ ਹਿਰਦੇ ਚ ਨਾ ਪ੍ਰੇਮਾ ਭਗਤੀ ਹੈ ਅਕਾਲ ਪੁਰਖ ਵਾਹਿਗੁਰੂ ਦੀ, ਨਾ ਭਾਏ ਪ੍ਰੇਮ ਹੈ ਸਤਿਗੁਰੂ ਦੇ ਪਰਮੇਸ਼ਰ ਦੇ ਪ੍ਰਤੀ। ਤੇ ਇਹੋ ਜਿਹਾ ਨਾਸਤਕ ਬੰਦਾ ਗੁਰੂ ਘਰ ਦੇ ਨਾਲ ਨਾਤਾ ਬਣਾਵੇ, ਰਿਸ਼ਤਾ ਬਣਾਵੇ ਨਹੀਂ। ਇਹੋ ਜਿਹਾ ਬੰਦਾ ਗੁਰੂ ਘਰ ਵਿੱਚ ਨਹੀਂ ਉਹਦਾ ਸੰਬੰਧ ਮੰਨਣਾ ਚਾਹੀਦਾ। ਜਿਹੜਾ ਪਾਪੀ ਹੈ, ਦੁਸ਼ਟ ਹੈ, ਪ੍ਰੇਮਾ ਭਗਤੀ ਤੋਂ ਸਖਣਾ ਹੈ। ਧਨ ਮਦ ਤੇ ਅੰਧਾ ਬੜ ਦੁਰਮਤ, ਤੁਮ ਮਹਿ ਨਹੀਂ ਭਾਵਨਾ ਲਿਆਈ। ਤੇ ਸਤਿਗੁਰੂ ਪਾਤਸ਼ਾਹ ਨੂੰ ਖਬਰ ਲਿਖ ਕੇ ਘੱਲੀਏ ਆਪਾਂ ਸਾਰੇ ਜਾਣੇ ਕਿ ਮਹਾਰਾਜ ਆ ਜਿਹੜਾ ਦੁਸ਼ਟ ਆਪਣੀ ਲੜਕੀ ਦਾ ਜਿਸਨੇ ਨਾਤਾ ਘੱਲਿਆ, ਰਿਸ਼ਤਾ ਘੱਲਿਆ ਹੈ, ਇਹ ਧਨ ਮਦ ਤੇ ਅੰਧਾ ਬੜ ਦੁਰਮਤ, ਧਨ ਦੇ ਮਦ ਹੰਕਾਰ ਕਰਕੇ ਅੰਨਾ ਹੋਇਆ ਹੈ। ਬੜ ਦੁਰਮਤ, ਬੜੀ ਵੱਡੀ ਦੁਰਮਤ, ਖੋਟੀ ਭੈੜੀ ਮਤ ਦਾ ਧਾਰਨੀ ਹੈ। ਤੁਮ ਮੈਂ ਨਹਿ ਭਾਵਨਾ ਲਿਆਏ, ਤੁਹਾਡੇ 'ਚ ਭਾਵਨਾ ਨਹੀਂ ਲਿਆ ਰਿਹਾ, ਇਹਦੀ ਤੁਹਾਡੇ 'ਚ ਕੋਈ ਸ਼ਰਧਾ ਨਹੀਂ, ਕੋਈ ਭਾਵਨਾ, ਕੋਈ ਅਕੀਦਾ, ਕੋਈ ਭਰੋਸਾ ਨਹੀਂ ਹੈ। ਕਰੇ ਆਰੋਪਨ ਦੋਸ਼ ਮੂੜ ਮਤ, ਆਪਣੋ ਆਪ ਜਾਨ ਅਧਿਕਾਏ। ਇਹ ਮੂੜ ਮਤ ਵਾਲਾ, ਮੂੜ ਮਤੀਆ ਮੂਰਖ ਸਤਿਗੁਰੂ ਦੇ ਪਾਤਸ਼ਾਹ ਮਹਾਰਾਜ ਆਪਦੇ ਘਰ ਵਿੱਚ ਦੋਸ਼ ਆਰੋਪਣ ਕਰ ਰਿਹਾ ਹੈ, ਔਗਣ ਕੱਢ ਰਿਹਾ ਹੈ ਆਪ ਔਗਣਾਂ ਦਾ ਭਰਿਆ ਹੈ, ਤੇ ਆਪਣੇ ਆਪ ਨੂੰ ਜਾਨ ਅਧਿਕਾਏ, ਬੜਾ ਵੱਡਾ ਅਧਿਕਾਏ, ਬਹੁਤਾ ਮਹਾਨ ਵੱਡਾ ਜਾਣਦਾ ਸਮਝਦਾ ਹੈ। ਸੁਨ ਸਿੱਖਨ ਸਭ ਸਹੇ ਨ ਕੈਸੇ, ਮਸਲਤ ਕਰ ਕੈ ਭਈ ਇਕੰਤ। ਜਿੰਨੇ ਸਿੱਖ ਆਏ ਸਨ ਭਜਨ ਬੰਦਗੀ ਕਰਨ ਵਾਸਤੇ ਜੁੜੇ ਸਨ, ਜਦੋਂ ਉਹਨਾਂ ਇਹ ਬਰਤਾਂਤ ਸੁਣਿਆ ਤੇ ਭਾਵਨਾ ਵਾਲੇ ਸਿੱਖ ਕਿਵੇਂ ਸਹਿ ਸਕਦੇ ਸਨ। ਗੁਰ ਕੀ ਨਿੰਦਾ ਸੁਣੇ ਨਾ ਕਾਨ, ਗੁਰੂ ਕਾ ਸਿੱਖ ਗੁਰੂ ਦੀ ਨਿੰਦਾ ਨਹੀਂ ਸੁਣ ਸਕਦਾ ਜਿਹੜਾ ਗੁਰੂ ਤੇ ਸ਼ਰਧਾ ਭਾਵਨਾ ਵਿਸ਼ਵਾਸ ਭਰੋਸਾ ਰੱਖਦਾ ਹੈ। ਸੋ ਜਦੋਂ ਸਿੱਖਾਂ ਨੇ ਸੁਣਿਆ ਕਿ ਚੰਦੂ ਨੇ ਸਤਿਗੁਰੂ ਦੀ ਨਿੰਦਾ ਕੀਤੀ ਹੈ, ਉਹ ਸਹਿਣ ਨਾ ਕਰ ਸਕੇ। ਉਸੇ ਸਮੇਂ ਮਸਲਤ ਕਰਕੇ ਭਏ ਕੰਤ, ਸਲਾਹ ਮਸ਼ਵਰਾ ਕਰਕੇ ਇਕਾਂਤ ਵਿੱਚ ਹੋ ਗਏ, ਇਕੱਠੇ ਹੋਏ ਹਨ ਇੱਕ ਜਗ੍ਹਾ ਤੇ। ਜਪ ਕੈ ਲਿਖੋ ਨ ਸੁਨੇ ਦੁਸ਼ਟ ਕਿਸ, ਜੈਸੀ ਇਹਾਂ ਭਇਓ ਬਿਰਤੰਤ। ਇਹ ਦਿੱਲੀ ਵਾਲੇ ਸਿੱਖ ਕਹਿਣ ਲੱਗੇ ਕਿ ਪ੍ਰੇਮੀਓ ਛੁਪ ਕੇ ਲਿਖੋ, ਛੁਪ ਕਰਕੇ ਸਤਿਗੁਰੂ ਪਾਤਸ਼ਾਹ ਨੂੰ ਚਿੱਠੀ ਲਿਖੋ। ਨਾ ਸੁਣੇ ਦੁਸ਼ਟ ਕੈਸ, ਕਿਸੇ ਪ੍ਰਕਾਰ ਇਸ ਦੁਸ਼ਟ ਚੰਦੂ ਨੂੰ ਪਤਾ ਨਾ ਲੱਗ ਜਾਵੇ, ਕਿਤੇ ਇਹ ਨਾ ਸੁਣ ਲਵੇ ਕਿ ਦਿੱਲੀ ਦੇ ਸਿੱਖਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਚਿੱਠੀ ਲਿਖੀ ਹੈ। ਜੈਸੇ ਹਾਂ ਭਇਓ ਬਿਰਤੰਤ, ਜਿਵੇਂ ਇੱਥੇ ਸਾਰਾ ਬਿਰਤਾਂਤ ਹੋਇਆ ਸੀ, ਸਲਾਹ ਮਸ਼ਵਰਾ ਕੀਤਾ, ਇਕੱਠੇ ਹੋਏ, ਚਿੱਠੀ ਲਿਖੀ। ਇਹ ਸਾਰਾ ਘਟਨਾਕ੍ਰਮ ਦਾ ਪਤਾ ਕਿਸੇ ਦੁਸ਼ਟ ਚੰਦੂ ਨੂੰ ਨਾ ਲੱਗ ਜਾਵੇ। ਲੱਗੇ ਲਿਖਨ ਅਰਦਾਸ ਆਪਣੀ, ਸ਼੍ਰੀ 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 ਸਤਿਗੁਰ ਭਗਵੰਤ। ਦਿੱਲੀ ਵਾਲੇ ਸਿੱਖ ਸਾਰਾ ਸਲਾਹ ਮਸ਼ਵਰਾ ਸੋਚ ਵਿਚਾਰ ਕਰਕੇ ਹੁਣ ਚਿੱਠੀ ਲਿਖਣ ਲੱਗੇ ਨੇ। ਚਿੱਠੀ ਕੀ ਲਿਖਣ ਲੱਗੇ? ਅਰਦਾਸ ਬੇਨਤੀ ਲਿਖਣ ਲੱਗੇ ਆਪਣੇ ਵੱਲੋਂ ਸਤਿਗੁਰੂ ਪਾਤਸ਼ਾਹ ਨੂੰ। ਕੀ ਲਿਖਿਆ ਇਹਨਾਂ ਨੇ? ਜਦੋਂ ਚਿੱਠੀ ਪ੍ਰਾਰੰਭ ਕਰਨ ਲੱਗੇ, ਪਹਿਲਾਂ ਮਨ ਬਾਣੀ ਤੇ ਸਰੀਰ ਕਰਕੇ 3 ਵਾਰੀ ਸ਼੍ਰੀ 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 ਸਤਿਗੁਰ ਭਗਵੰਤ, ਹੇ ਸ਼੍ਰੀ ਸ਼੍ਰੋਮਣੀ, ਹੇ ਸ਼੍ਰੀ ਸਰਬੋਤਮ, ਹੇ ਸ਼੍ਰੀ ਸਭ ਦੇ ਮਾਲਕ, ਸਭ ਤੋਂ ਉੱਤਮ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਭਗਵੰਤ, ਹੇ ਪਰਮੇਸ਼ਰ ਦਾ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ, ਸਾਡੀ ਅਰਦਾਸ ਬੇਨਤੀ ਸੁਣੋ। ਉਪਕਾਰੀ ਜਗ ਤਾਰਨ ਸਮਰੱਥ,
ਹਰ ਅਵਤਾਰ ਸਹਾਇਕ ਸੰਤ। ਹੇ ਉਪਕਾਰੀ, ਸੰਸਾਰ ਵਿੱਚ ਪਰਉਪਕਾਰ ਕਰਨ ਵਾਲੇ, ਜਗ ਨੂੰ ਤਾਰਨ ਦੇ ਸਮਰੱਥ ਸਮਰੱਥਾ ਰੱਖਣ ਵਾਲੇ ਹਰੀ ਪਰਮੇਸ਼ਰ ਦਾ ਅਵਤਾਰ ਤੇ ਸੰਤਾਂ ਦੇ ਸਹਾਇਕ ਮਦਦਗਾਰ ਸਤਿਗੁਰੂ ਪਾਤਸ਼ਾਹੋ। ਲਿਖ ਤੁਮ ਸਭ ਦਿੱਲੀ ਕੀ ਸੰਗਤ, ਸਤਿਗੁਰ ਕੇ ਸਨਮੁਖ ਅਰਦਾਸ। ਲਿਖਤਮ ਹੁੰਦਾ ਲਿਖਣ ਵਾਲਾ। ਆਪਣੇ ਵੱਲੋਂ ਜਦੋਂ ਕੋਈ ਚਿੱਠੀ ਪੱਤਰਕਾ ਲਿਖੀ ਜਾਂਦੀ ਸੀ, ਅੱਜ ਤਾਂ ਮੋਬਾਈਲਾਂ ਨੇ ਚਿੱਠੀਆਂ ਦਾ ਜੱਬ ਮੁਕਾ ਦਿੱਤਾ। ਜਦੋਂ ਪੁਰਾਣੇ ਸਮੇਂ ਚਿੱਠੀ ਲਿਖੀ ਜਾਂਦੀ ਸੀ, ਆਪਣੇ ਵੱਲੋਂ ਲਿਖਤਮ ਪਹਿਲਾਂ ਸਭ ਤੋਂ ਲਿਖਿਆ ਜਾਂਦਾ ਸੀ ਕਿ ਲਿਖਣ ਵਾਲਾ ਕੌਣ ਹੈ, ਉਹਦਾ ਨਾਮ ਲਿਖਿਆ ਜਾਂਦਾ ਸੀ ਕਿ ਲਿਖਣ ਵਾਲਾ ਫਲਾਨਾ ਹੈ, ਫਲਾਨੇ ਵੱਲੋਂ ਚਿੱਠੀ ਫਲਾਨੇ ਨੂੰ ਲਿਖੀ ਜਾ ਰਹੀ ਹੈ। ਲਿਖਤਮ ਸਭ ਦਿੱਲੀ ਕੀ ਸੰਗਤ, ਲਿਖਣ ਵਾਲੇ ਕੌਣ ਨੇ? ਸਾਰੀ ਦਿੱਲੀ ਨਿਵਾਸੀ ਸਿੱਖ ਸੰਗਤਾਂ। ਕੀ ਲਿਖ ਰਹੇ ਨੇ? ਸਤਿਗੁਰ ਕੇ ਸਨਮੁਖ ਅਰਦਾਸ, ਸਤਿਗੁਰੂ ਪਾਤਸ਼ਾਹ ਦੇ ਸਾਹਮਣੇ ਸਨਮੁਖ ਅਰਦਾਸ ਬੇਨਤੀ ਲਿਖਦੇ ਹਨ। ਸ਼ਾਹੇ ਦੀਵਾਨ ਸੁਤਾ ਕੋ ਨਾਤਾ, ਭੇਜਿਓ ਅਰੈ ਤੁਮਾਰੇ ਪਾਸ। ਚਿੱਠੀ ਵਿੱਚ ਸਿੱਖਾਂ ਲਿਖਿਆ ਕਿ ਮਹਾਰਾਜ ਜੀ, ਜਿਹੜਾ ਬਾਦਸ਼ਾਹ ਜਹਾਂਗੀਰ ਦਾ ਦੀਵਾਨ ਹੈ, ਉਹਦੀ ਸੁਤਾ ਪੁੱਤਰੀ ਦਾ ਨਾਤਾ ਰਿਸ਼ਤਾ ਜਿਹੜਾ ਹੈ, ਉਸ ਨੇ ਭੇਜਿਓ ਇਹ ਤੁਮਾਰੇ ਪਾਸ, ਤੁਹਾਡੇ ਪਾਸ ਭੇਜਿਆ। ਇਹ ਮਨੇ ਹੈ ਤੁਹਾਡੇ ਪਾਸ ਉਹਨੇ ਆਪਣੀ ਬੱਚੀ ਦਾ ਰਿਸ਼ਤਾ ਘੱਲਿਆ ਹੈ। ਆਪ ਹੰਕਾਰੀ ਬਨਿਓ ਚੁਬਾਰਾ, ਤੁਮੇ ਕਹਿਓ ਮੋਰੀ ਸੰਕਾਸ। ਮਹਾਰਾਜ ਜੀ ਆਪ ਹੰਕਾਰੀ ਚੁਬਾਰਾ ਬਣਿਆ ਬੈਠਾ ਹੈ, ਹੰਕਾਰ ਨਾਲ ਭਰਿਆ ਦੁਸ਼ਟ ਚੰਦੂ, ਤੇ ਤੁਹਾਨੂੰ ਮਹਾਰਾਜ ਉਸਨੇ ਮੋਰੀ ਸੰਕਾਸ, ਸੰਕਾਸ ਹੁੰਦਾ ਸਦਰਸ਼ ਬਰਾਬਰ, ਤੁਹਾਨੂੰ ਉਹਨੇ ਘਰ ਦੀ ਮੋਰੀ ਦੇ ਬਰਾਬਰ ਕਹਿ ਕਰਕੇ ਨਿੰਦਾ ਕੀਤੀ ਹੈ। ਬਿਨ ਸ਼ਰਦਾ ਤੇ ਮੂਰਖ ਬੋਲਿਓ, ਇਤਿਆਦਿਕ ਨਿੰਦਾ ਕਰ ਰਾਸ। ਬਿਨਾ ਸ਼ਰਧਾ ਤੋਂ ਬਿਨਾ ਭਾਵਨਾ ਤੋਂ ਮੂਰਖ ਹੋ, ਜੋ ਦੇ ਮੂੰਹ ਆਇਆ ਉਹਨੇ ਬਕਵਾਸ ਕੀਤਾ ਹੈ। ਨਿੰਦਾ ਦੇ ਬੋਲ ਬੋਲੇ ਨੇ, ਇਤਿਆਦਿਕ ਨਿੰਦਾ ਕਰ ਰਾਸ, ਰਾਸ ਕਹੀਏ ਬਹੁਤੀ ਉਸਨੇ ਨਿੰਦਾ ਕੀਤੀ, ਨਿੰਦਾ ਭਰੇ ਬੋਲ ਬੋਲੇ ਹਨ। ਹਮਕੋ ਨਹਿ ਸੁਖਾਏ ਤਿਸ ਕਹਿਬੋ, ਬਸ ਨਹਿ ਚੱਲਿਓ ਸੋ ਲਿਖਿਓ ਬਿਰਤੰਤ। ਮਹਾਰਾਜ ਸਾਨੂੰ ਉਹਦਾ ਕਿਹਾ ਹੋਇਆ ਸੁਖਾਇਆ ਨਹੀਂ, ਚੰਗਾ ਨਹੀਂ ਲੱਗਾ, ਸੁਖਦਾਈ ਨਹੀਂ ਲੱਗਾ। ਸਾਨੂੰ ਬੜਾ ਦੁੱਖ ਲੱਗਾ ਜਦੋਂ ਨੇ ਇਹੋ ਜਿਹੇ ਬੋਲ ਬੋਲੇ। ਸਾਡਾ ਵਸ ਚੱਲਦਾ ਤਾਂ ਉਹਦੀ ਧੌਣ ਲਾ ਦਿੰਦੇ, ਉਹਦਾ ਸਿਰ ਲਾ ਦਿੰਦੇ, ਪਰ ਬਸ ਨਹੀਂ ਚੱਲਿਓ, ਸਾਡਾ ਕੁਛ ਵਸ ਨਹੀਂ ਚੱਲਿਆ, ਸੋ ਲਿਖਿਓ ਬਿਰਤੰਤ। ਇਸ ਵਾਸਤੇ ਤੁਹਾਡੇ ਚਰਨਾਂ 'ਚ ਅਸੀਂ ਅਰਦਾਸ ਬੇਨਤੀ ਲਿਖ ਕੇ ਘੱਲ ਰਹੇ ਹਾਂ। ਸੁਤਾ ਨ ਸਾਕਤ ਕੀ ਤੁਮ ਲੀਜੋ, ਇਹ ਸੰਗਤ ਕੋ ਇਹ ਮਤੰਤ। ਜਿਹੜਾ ਹੈ ਹੀ ਸਾਕਤ, ਰੱਬ ਨਾਲੋਂ ਟੁੱਟਾ ਹੋਇਆ ਵਿਅਕਤੀ ਦੁਸ਼ਟ ਚੰਦੂ ਹੈ। ਮਹਾਰਾਜ ਉਸ ਸਾਕਤ ਦੁਸ਼ਟ ਚੰਦੂ ਦੀ ਸੁਤਾ ਪੁੱਤਰੀ ਦਾ ਰਿਸ਼ਤਾ ਤੁਸੀਂ ਨਾ ਲੈਣਾ ਕਰੋ। ਇਹ ਸੰਗਤ ਕੋ ਇਹ ਮਤੰਤ, ਦਿੱਲੀ ਦੀ ਸੰਗਤ ਦਾ ਮਤੰਤ ਮਸ਼ਵਰਾ, ਇਹ ਸਲਾਹ ਹੈ। ਮਹਾਰਾਜ ਸਾਡੀ ਬੇਨਤੀ ਹੈ, ਤੁਹਾਨੂੰ ਸਲਾਹ ਦੇ ਰਹੇ ਹਾਂ ਕਿ ਤੁਸੀਂ ਕਿਰਪਾ ਕਰੋ, ਜਿਹੜਾ ਇਹੋ ਜਿਹਾ ਸਾਕਤ ਮਨੁੱਖ ਹੈ, ਪਰਮੇਸ਼ਰ ਸਤਿਗੁਰੂ ਦੇ ਘਰ ਤੋਂ ਟੁੱਟਾ ਹੋਇਆ, ਉਹਦੀ ਲੜਕੀ ਦਾ ਰਿਸ਼ਤਾ ਨਾ ਲੈਣਾ ਕਰੋ। ਉਹਦੀ ਲੜਕੀ ਨੂੰ ਆਪਣੇ ਸਾਹਿਬਜ਼ਾਦਾ ਵਾਸਤੇ ਨਾ ਪ੍ਰਵਾਨ ਕਰੋ। ਪਠਿਓ ਦੂਤ ਤੂਰਨ ਚੱਲ ਪਹੁੰਚੋ, ਜਬ ਲੋ ਵਿਪਰ ਨ ਤਿਲਕ ਕਢੰਤ। ਤੇ ਇਹ ਚਿੱਠੀ ਲਿਖ ਕੇ ਦਿੱਲੀ ਦੀ ਸੰਗਤ ਨੇ ਚਿੱਠੀ ਬੰਦ ਕੀਤੀ। ਇੱਕ ਦੂਤ ਨੂੰ ਪਠਿਓ ਹੁੰਦਾ ਘੱਲਣਾ, ਦੂਤ ਹੁੰਦਾ ਹਲਕਾਰਾ ਜਿਹੜਾ ਚਿੱਠੀ ਲੈ ਕੇ ਆਉਂਦਾ, ਡਾਕੀਆ। ਸੋ ਉਸੇ ਸਮੇਂ ਉਹਨਾਂ ਚਿੱਠੀ ਬੰਦ ਕੀਤੀ। ਚਿੱਠੀ ਸੰਭਾਵਿਤ ਕਰਕੇ ਦੂਤ ਨੂੰ ਉਹ ਚਿੱਠੀ ਫੜਾਈ ਤੇ ਘੱਲਿਆ ਤੋਰ ਕੇ, ਕਹਿਣ ਲੱਗੇ ਤੂਰਨ ਚੱਲ ਪਹੁੰਚੋ, ਜਬ ਲੋ ਵਿਪਰ ਨਾ ਤਿਲਕ ਕਢੰਤ। ਜਦੋਂ ਤੱਕ ਬਾਹਮਣ ਇੱਥੋਂ ਜਾ ਕਰਕੇ ਤਿਲਕ ਨਹੀਂ ਨਾ ਲਾ ਦਿੰਦਾ ਸਗਾਈ ਦਾ, ਉਦੋਂ ਪਹਿਲਾਂ ਤੂੰ ਸਮੇਂ ਸਿਰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚ ਜਾਣਾ ਕਰ। ਤਬ ਲੋ ਸੁਨਦੇ ਹੋ ਸ਼੍ਰੀ ਸਤਿਗੁਰ ਕੋ, ਯਥਾ ਦੁਸ਼ਟ ਜਾਣੇ ਭਗਵੰਤ। ਤੇ ਤਬ ਲੋ ਸੁਣਦੇ ਹੋ ਸ਼੍ਰੀ ਸਤਿਗੁਰ ਕੋ, ਤਦੋਂ ਤੱਕ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਚਿੱਠੀ ਜਾ ਕਰਕੇ ਸੁਣਾ ਦਵੋ। ਗੁਰੂ ਸਾਹਿਬ ਚਿੱਠੀ ਸੁਣ ਲੈਣ ਜੋ ਸਾਡੀ ਚਿੱਠੀ 'ਚ ਲਿਖਿਆ ਹੈ, ਤੇ ਸਤਿਗੁਰੂ ਪਾਤਸ਼ਾਹ ਜੀ ਜਾਣ ਲੈਣਗੇ। ਜਥਾ ਦੁਸ਼ਟ ਜਾਣੇ ਭਗਵੰਤ,
ਭਗਵੰਤ ਸਰੂਪ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਚੰਦੂ ਦੁਸ਼ਟ ਦੀ ਦੁਸ਼ਟਤਾ ਨੂੰ ਜਾਣ ਲੈਣ। ਪਠੇ ਦੀਵਾਨ ਵਿਪਰ ਹਰ ਨਾਉ ਭਈ ਛੀਂਕ ਚਲਤੇ ਅਗਵਾਏ। ਇੱਧਰ ਦੂਜੇ ਪਾਸੇ ਤੋਂ ਜਦੋਂ ਚੰਦੂ ਨੇ ਦੀਵਾਨ ਚੰਦੂ ਨੇ ਵਿਪਰ ਬ੍ਰਾਹਮਣ ਤੇ ਨਾਊ ਨਾਈ ਨੂੰ ਤੋਰਿਆ ਨਾ ਸਗਨ ਦੀ ਸਮੱਗਰੀ ਰਸਤ ਵਸਤੂਆਂ ਦੇ ਕੇ, ਉਸੇ ਸਮੇਂ ਫਿਰ ਅਪ ਸ਼ਗਨ ਪ੍ਰਗਟ ਹੋਣ ਲੱਗ ਪਏ। ਸਨਾਤਨ ਮਤ ਵਿੱਚ ਬ੍ਰਾਹਮਣ ਮਤ ਵਿੱਚ ਇਸ ਗੱਲ ਦਾ ਬੜਾ ਧਿਆਨ ਰੱਖਿਆ ਜਾਂਦਾ, ਸ਼ਗਨ ਤੇ ਅਪ ਸ਼ਗਨ ਦੀ ਵਿਚਾਰ ਕੀਤੀ ਜਾਂਦੀ ਹੈ। ਕਿਆ ਸ਼ਗਨ ਚੰਗਾ ਹੈ, ਇਹ ਮੰਦਾ ਹੈ। ਤੇ ਗੁਰੂ ਘਰ ਦਾ ਤਾਂ ਬਚਨ ਹੈ ਸਗਨ ਅਪਸਗਨ ਦੋਵਾਂ ਦਾ ਜ਼ਿਕਰ ਕੀਤਾ। ਕਿਸੇ ਨੂੰ ਵੀ ਗੁਰੂ ਕਾ ਸਿੱਖ ਨਾ ਮੰਨੇ, ਦੋਵਾਂ ਵਿੱਚ ਵਿਸ਼ਵਾਸ ਨਾ ਰੱਖੇ। ਹਾਂ ਉਹਨੂੰ ਜ਼ਰੂਰ ਇਹਨਾਂ ਦਾ ਪ੍ਰਭਾਵ ਪੈਂਦਾ। ਸਗਨ ਅਪਸਗਨ ਤਿਸ ਕੋ ਲੱਗਾ ਜਿਸ ਚੀਤ ਨਾ ਆਵੇ। ਜਿਹਨੂੰ ਰੱਬ ਚੇਤੇ ਨਹੀਂ ਉਹਦੇ ਤੇ ਸ਼ਗਨਾਂ ਅਪਸ਼ਗਨਾਂ ਦਾ ਪ੍ਰਭਾਵ ਜ਼ਰੂਰ ਪੈਂਦਾ ਹੈ, ਪਰ ਗੁਰੂ ਕੇ ਸਿੱਖ ਦਾ ਇਹਨਾਂ ਨਾਲ ਕੋਈ ਵਾਹ ਵਾਸਤਾ ਨਹੀਂ। ਭਾਈ ਸਾਹਿਬ ਕਹਿੰਦੇ ਜਦੋਂ ਇਹ ਬ੍ਰਾਹਮਣ ਮੰਗਣੇ ਦੀ ਇਹ ਸਮੱਗਰੀ ਲੈ ਕੇ ਤੁਰੇ ਨਾ, ਅਪ ਸਗਨ ਨਜ਼ਰ ਆਇਓ ਕਿਹੜੇ ਭਈ ਸ਼ੀਕ ਚਲਤੇ ਅਗਵਾ। ਜਦੋਂ ਅੱਗੇ ਤੁਰੇ ਕਿਸੇ ਨੇ ਛਿੱਕ ਮਾਰ ਦਿੱਤੀ। ਹੁਣ ਜਦੋਂ ਕੋਈ ਜ਼ਰੂਰੀ ਕੰਮ ਤੁਰੇ ਨਾ ਕੋਈ ਛਿੱਕ ਮਾਰ ਦਵੇ ਤੇ ਕਹਿੰਦੇ ਚੰਗਾ ਨਹੀਂ ਕੀਤਾ। ਕਈ ਤਾਂ ਜੋੜਾ ਝਾੜਦੇ ਸਨ ਕਿ ਛਿੱਕ ਵੱਜ ਗਈ, ਕੋਈ ਮਗਰੋਂ ਆਵਾਜ਼ ਮਾਰ ਦਵੇ ਤਾਂ ਵੀ, ਕੋਈ ਬਿੱਲੀ ਰਸਤਾ ਕੱਟ ਜਾਵੇ ਤਾਂ ਵੀ। ਇਹੋ ਜਿਹੇ ਬੜੇ ਵਹਿਮ ਭਰਮ ਗ੍ਰੰਥਾਂ 'ਚ ਲਿਖੇ ਨੇ ਜਿਹੜੇ ਪੁਰਾਣੇ ਚੱਲਦੇ ਆਏ ਨੇ ਸਨਾਤਨ ਧਰਮ ਵਿੱਚ, ਖਾਸ ਕਰਕੇ ਹਿੰਦੂ ਮਤ ਵਿੱਚ। ਸਿੱਖ ਧਰਮ ਵਿੱਚ ਇਹਨਾਂ ਵਹਿਮਾਂ ਭਰਮਾਂ ਨੂੰ ਕੋਈ ਥਾਂ ਨਹੀਂ ਹੈ। ਸੋ ਭਾਈ ਸਾਹਿਬ ਦੱਸ ਰਿਹਾ ਕਿ ਜਿਹੜੇ ਅਪ ਸ਼ਗਨ ਸਾਨਾ ਨਿਸ਼ਾਨੀਆਂ, ਮਾੜੀਆਂ ਨਿਸ਼ਾਨੀਆਂ ਪ੍ਰਗਟ ਹੋਣ ਲੱਗ ਪਈਆਂ। ਛਿੱਕ ਕਿਸੇ ਨੇ ਮਾਰ ਦਿੱਤੀ। ਵਾਮ ਅੰਗ ਫਰਕਤ ਦਿਜ ਜਾਣੇ ਹੋਏ ਬਿਗਨ ਕੋ ਲਖਿਓ ਨਾ ਜਾਏ। ਤੇ ਖੱਬੀ ਅੱਖ ਜਾਂ ਖੱਬੀ ਬਾਂਹ, ਖੱਬੀ ਲੱਤ ਫਰਕਣੀ ਇਹ ਚੰਗੀ ਨਹੀਂ ਮੰਨੀ ਜਾਂਦੀ। ਸੱਜੀ ਅੱਖ ਫਰਕਦੀ ਹੋਵੇ ਤੇ ਕਹਿੰਦੇ ਚੰਗੀ ਹੈ, ਖੱਬੀ ਫਰਕਦੀ ਹੋਵੇ ਤੇ ਕਹਿੰਦੇ ਮਾੜੀ ਹੈ। ਭਾਈ ਸਾਹਿਬ ਕਹਿੰਦੇ ਇਸ ਤਰ੍ਹਾਂ ਨਾ ਜਿਹੜੇ ਅੰਗ ਸਨ ਨਾ, ਬਾਮ ਜਿਹੜੇ ਅੰਗ ਸੀ ਉਹ ਸਰੀਰ ਦੇ ਫਰਕਣ ਦੇ ਬ੍ਰਾਹਮਣ ਸਿਆਣਾ ਸੀ ਨੇ ਜਾਣੇ। ਇਹ ਸੋਚੀ ਪੈ ਗਿਆ ਕਿ ਇਹ ਕੀ ਹੋ ਰਿਹਾ ਹੈ। ਹੋਏ ਬਿਗਨ ਕੋ ਲਖਿਓ ਨਾ ਜਾਏ। ਬ੍ਰਾਹਮਣ ਆ ਵਿਦਿਆ ਸਮਝਦਾ ਸੀ ਜਿਹੜੀ ਇਹਨਾਂ ਦੀ ਆਪਣੀ ਬਣਾਈ ਸੀ ਕਿ ਆਹ ਅੰਗ ਫਰਕੇ ਤੇ ਇਹਦਾ ਆਹ ਫਲ ਹੁੰਦਾ, ਆਹ ਫਰਕੇ ਤੇ ਆਹ ਫਲ ਹੁੰਦਾ। ਸੋ ਭਾਈ ਸਾਹਿਬ ਜੀ ਦੱਸ ਰਹੇ ਨੇ ਕਿ ਇਸ ਬ੍ਰਾਹਮਣ ਨੇ ਆਪਣੀ ਵਿਦਿਆ ਦਾ ਹਿਸਾਬ ਕਿਤਾਬ ਲਾ ਕੇ ਜਾਣ ਲਿਆ ਕਿ ਆਹ ਜਿਹੜੇ ਲੱਛਣ ਪ੍ਰਗਟ ਹੋ ਰਹੇ ਕੋਈ ਚੰਗੇ ਨਹੀਂ ਦਿਸ ਰਹੇ, ਇਹਨਾਂ ਵਿੱਚ ਕੋਈ ਚੰਗਿਆਈ ਨਜ਼ਰ ਨਹੀਂ ਆ ਰਹੀ। ਹੋਏ ਬਿਗਨ ਕੋ ਲਖਿਓ ਜਾਏ। ਜਾਣਿਆ ਜਾ ਰਿਹਾ ਹੈ, ਸਮਝ ਪੈ ਰਿਹਾ ਹੈ ਕਿ ਜ਼ਰੂਰ ਕੋਈ ਨਾ ਕੋਈ ਵਿਘਨ ਪਵੇਗਾ, ਪਰ ਕਾਰਨ ਕੀ ਇਹ ਨਹੀਂ ਸਮਝ ਪੈ ਰਿਹਾ। ਬਿਨ ਉਤਸ਼ਾਹ ਗਵਨ ਕੋ ਠਾਨ ਨਹੀਂ ਨੀਕਤਾ ਕਿਤ ਲਖ ਪਾਏ। ਬਿਨਾ ਉਤਸ਼ਾਹ ਤੋਂ ਬ੍ਰਾਹਮਣ ਦੇ ਉਦੋਂ ਹੀ ਪੈਰ ਜਿਹੜੇ ਸਨ ਥਿੜਕਣ ਲੱਗ ਪਏ, ਕਿਉਂਕਿ ਉਹਦੀ ਜੋਰਸ਼ ਵਿਦਿਆ ਦੇ ਹਿਸਾਬ ਦੇ ਨਾਲ ਇਹ ਲੱਛਣ, ਇਹ ਜਿਹੜੀਆਂ ਨਿਸ਼ਾਨੀਆਂ ਪ੍ਰਗਟ ਹੋਈਆਂ ਸੀ ਚੰਗੀਆਂ ਨਹੀਂ ਸੀ। ਉਹਦਾ ਉਦੋਂ ਹੀ ਮੱਥਾ ਠਣਕ ਗਿਆ ਕਿ ਰਿਸ਼ਤਾ ਜਾਪਦਾ ਨੇਪਰੇ ਨਹੀਂ ਚੜ੍ਹਨਾ, ਜਾਪਦਾ ਕੋਈ ਨਾ ਕੋਈ ਵਿਘਨ ਪਵੇਗਾ। ਬਿਨ ਉਤਸਰ ਇਹਦਾ ਉਤਸ਼ਾਹ ਉੱਥੇ ਹੀ ਢਹਿ ਢੇਰੀ ਹੋ ਗਿਆ, ਉੱਥੇ ਉਦਾਸੀ ਮਨ 'ਚ ਆ ਗਈ। ਬਿਨਾਂ ਉਤਸ਼ਾਹ ਤੋਂ ਗਮਨ ਕੋ ਠਾਣਤ ਅਟਪਟੇ ਕਦਮਾਂ ਨਾਲ ਚੱਲ ਰਿਹਾ ਹੈ। ਨਹੀਂ ਨੀਕਤਾ ਕਿਤ ਲਖ ਪਾਏ। ਜਿਹੜੀ ਨੀਕਤਾ ਚੰਗਾਪਣ ਹੈ ਨਾ, ਚੰਗਿਆਈ, ਉਹ ਕਿਤੇ ਨੇੜੇ ਤੇੜੇ ਵੀ ਦਿਸਦੀ ਨਹੀਂ। ਚੰਗੇ ਲੱਛਣ, ਚੰਗੀਆਂ ਨਿਸ਼ਾਨੀਆਂ ਕਿਤੇ ਪ੍ਰਗਟ ਨਹੀਂ ਹੋ ਰਹੀਆਂ। ਬਸ ਸਾਰੇ ਮਾੜੇ ਲੱਛਣ ਹੀ, ਮਾੜੇ ਚਿੰਨ੍ਹ ਹੀ ਨਜ਼ਰ ਪੈਂਦੇ ਹਨ। ਰਾਮਦਾਸ ਪੁਰ ਆਏ ਪਰਵੇਸ਼ੇ ਸੁਧ ਸਤ ਗੁਰ ਕੋ ਦੀਨ ਸੁਨਾਏ। ਠੱਠੇ ਜੇ ਮਨ ਦੇ ਨਾਲ, ਉਦਾਸ ਮਨ ਦੇ ਨਾਲ ਜਿਹੜਾ ਪੰਡਤ ਸੀ ਆਪਣੇ ਸਾਥੀਆਂ ਸਮੇਤ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਪੁਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਪਹੁੰਚਾ। ਸਤਿਗੁਰੂ ਪਾਤਸ਼ਾਹ ਨੂੰ ਆਪਣੇ ਆਉਣ ਦੀ ਸੁੱਧ ਖਬਰ ਜਿਹੜੀ ਹੈ ਸੁਣਾ ਦਿੱਤੀ। ਸੇਵਾਦਾਰ ਨੂੰ ਘੱਲ ਕੇ ਦੱਸ ਦਿੱਤਾ ਕਿ ਅਸੀਂ ਆ ਪਹੁੰਚੇ ਹਾਂ। ਜਬ ਤੇ ਪ੍ਰਥਮ ਆਨ ਸੁਧ ਦੀਨ ਤਬ ਤੇ ਸ਼੍ਰੀ ਗੰਗਾ ਸੁਖਮਾਨ। ਸੋ ਜਦੋਂ ਤੋਂ ਪਹਿਲਾਂ ਆ ਕਰਕੇ ਲਾਗੀਆਂ ਨੇ ਖਬਰ ਦਿੱਤੀ ਸੀ ਨਾ, ਜਦੋਂ ਪਹਿਲਾਂ ਆਏ ਸਨ ਵੇਖਣ ਵਾਸਤੇ ਸਤਿਗੁਰੂ ਪਾਤਸ਼ਾਹ ਦੇ ਸਾਹਿਬਜ਼ਾਦਾ ਜੀ ਨੂੰ, ਉਦੋਂ ਤੋਂ ਮਾਂ ਗੰਗਾ ਜੀ ਬੜਾ ਸੁੱਖ ਮੰਨ ਰਹੀ ਸੀ। ਉਹ ਮਾਂ ਸੁੱਖ ਮੰਨੇ ਕਿਉਂ ਨਾ, ਜਿਸ ਮਾਂ ਦੀ 17 ਸਾਲਾਂ ਬਾਅਦ ਕੁੱਖ ਹਰੀ ਹੋਈ ਹੋਵੇ।
ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਸਾਡੇ ਸਤਿਕਾਰਯੋਗ ਮਾਂ ਗੰਗਾ ਜੀ ਦੇ ਆਨੰਦ ਕਾਰਜ ਤੋਂ ਬਾਅਦ 17 ਸਾਲਾਂ ਬਾਅਦ ਹੁੰਦਾ ਹੈ। ਤੇ ਉਹ ਮਾਂ ਕਿਉਂ ਨਾ ਸੁੱਖਾਂ ਸੁੱਖੇ ਕਿ ਪੁੱਤ ਦਾ ਵਿਆਹ ਹੋਵੇ, ਖੁਸ਼ੀ ਦਾ ਸਮਾਂ ਆਵੇ। ਭਾਈ ਸਾਹਿਬ ਕਹਿੰਦੇ ਮਾਂ ਗੰਗਾ ਜੀ ਬੜੀਆਂ ਸੁੱਖਾਂ ਮੰਨ ਰਹੇ ਸਨ, ਕਿਉਂ ਖੁਸ਼ੀਆਂ ਭਰਿਆ ਭਾਗਾ ਭਰਿਆ ਦਿਨ ਵੇਖਣਾ ਨਸੀਬ ਹੋਵੇ। ਨਿਤ ਪ੍ਰਤ ਪੋਸ਼ਿਸ਼ ਬਰਨ ਬਰਨ ਕੀ ਸੁਤ ਕੋ ਪਹਿਰਾਵੇ ਰੁਚ ਠਾਨ। ਤੇ ਮਾਤਾ ਗੰਗਾ ਜੀ ਨਿਤਾਂ ਪ੍ਰਤੀ ਸੋਹਣੀਆਂ ਪੋਸ਼ਿਸ਼ ਹੁੰਦੀਆਂ, ਪੋਸ਼ਾਕਾਂ, ਸੋਹਣੇ ਲੀੜੇ ਕੱਪੜੇ ਬਸਤਰ, ਸਾਹਿਬਜ਼ਾਦਾ ਜੀ ਨੂੰ ਬਰਨ ਬਰਨ ਰੰਗਾਂ ਰੰਗਾਂ ਦੀਆਂ ਸੋਹਣੀਆਂ ਪੋਸ਼ਾਕਾਂ ਰੁਚੀ ਠਾਨ ਕੇ ਪ੍ਰੇਮ ਦੇ ਨਾਲ ਪਹਿਨਾਉਂਦੇ ਹਨ। ਮੁਕਤਾ ਮਾਲ ਵਿਸ਼ਾਲ ਕਰੇ ਮੈਂ ਕੰਚਨ ਜਰੀ ਜਵਾਹਰ ਜਾਨ। ਮੁਕਤਾ ਮੋਤੀਆਂ ਦੀ ਮਾਲ ਵਿਸ਼ਾਲ ਵੱਡੀਆਂ ਬਣਾਈਆਂ ਨੇ, ਗਰੇ ਮੈਂ ਗਲ ਦੇ ਵਿੱਚ ਸਜਾਈ ਹੈ, ਜਿਸ ਵਿੱਚ ਕੰਚਨ ਜਰੇ, ਕੰਚਨ ਸੋਨੇ ਦੇ ਮੋਤੀ ਜਿਨ੍ਹਾਂ 'ਚ ਜਰੇ ਜਵਾਹਰ, ਜਵਾਹਰਾਤ ਹੀਰੇ ਮੋਤੀ ਪੰਨੇ ਲਹਿਸਨ ਉਹ ਵਿੱਚ ਜਟਤ ਹੋਏ ਹਨ। ਅੰਗਦ ਮਹਿ ਹੀਰੇ ਬਹੁ ਮੋਲੇ ਨਵਰਤਨੇ ਦਮਕਤ ਦੁੱਤ ਖਾਨ। ਅੰਗਦ ਕਹਿੰਦੇ ਬਹੁਟਿਆਂ ਨੂੰ, ਬਹੁਟੇ ਇੱਕ ਗਹਿਣਾ ਹੁੰਦਾ ਜੋ ਡੌਲਿਆਂ ਤੇ ਮੋਢਿਆਂ ਤੇ ਬੰਨਿਆ ਜਾਂਦਾ ਹੈ। ਪੁਰਾਣੇ ਸਮੇਂ 'ਚ ਡੌਲਿਆਂ ਤੇ ਬੰਨਿਆ ਜਾਂਦਾ ਸੀ, ਜਿਵੇਂ ਮਰਦ ਗਲ ਵਿੱਚ ਕੈਂਠਾ ਪਾਉਂਦੇ ਸਨ, ਇਸੇ ਤਰ੍ਹਾਂ ਡੌਲਿਆਂ ਤੇ ਇੱਕ ਗਹਿਣਾ ਬੰਨਿਆ ਜਾਂਦਾ ਸੀ ਜਿਹਨੂੰ ਬਹੁਟਾ ਕਿਹਾ ਜਾਂਦਾ ਸੀ, ਉਹਨੂੰ ਅੰਗਦ ਬੋਲਦੇ ਸਨ। ਅੰਗਦ ਮਹਿ ਹੀਰੇ ਬਹੁ ਮੋਲੇ, ਜਿਹੜਾ ਡੌਲਿਆਂ ਤੇ ਬੰਨਣ ਵਾਲਾ ਗਹਿਣਾ ਉਹਦੇ 'ਚ ਬਹੁ ਮੋਲੇ ਹੀਰੇ ਜਵਾਹਰਾਤ ਨਵ ਰਤਨੇ, 9 ਰਤਨ ਲੱਗੇ ਹੋਏ, ਦਮਕਤ ਦੁੱਤ ਖਾਨ, ਦਮਕ ਦੁੱਤ ਹੁੰਦੇ ਨੇ, ਜਗਮਗ ਜਗਮਗ ਕਰਦੇ ਚਮਕਦੇ ਨੇ, ਚਮਕਾਰੇ ਮਾਰਦੇ ਨੇ। ਦੁੱਤ ਦੀ ਖਾਨ, ਦੁੱਤ ਹੁੰਦੀ ਸ਼ੋਭਾ, ਸ਼ੋਭਾ ਦੀ ਖਾਨ ਹਨ। ਇਉਂ ਸਮਝੋ ਕਿ ਸ਼ੋਭਾ ਦਾ ਖਜ਼ਾਨਾ ਹੀ ਹਨ, ਇੰਨੀ ਭਾਰੀ ਸ਼ੋਭਾ ਹੋ ਰਹੀ ਹੈ। ਛਾਪ ਛਲਾਇਨ ਕੰਚਨ ਕੇ ਬਹੁ ਖਚੇ ਰਤਨ ਸੁੰਦਰ ਕਰ ਮਾਹੀ। ਛਾਪ ਛਾਪਾਂ ਛਲਾਇਨ ਛੱਲੇ ਕੰਚਨ ਕੇ ਬਹੁ, ਸੋਨੇ ਦੇ ਬਹੁਤ ਸਾਰੇ ਕੰਚਨ ਕੇ ਸੋਨਾ ਜਿਨ੍ਹਾਂ ਵਿੱਚ ਖਚੇ ਰਤਨ ਸੁੰਦਰ ਕਰ ਮਾਹੇ। ਰਤਨ ਖਚਿਤ ਹੋਏ, ਰਤਨ ਜੜੇ ਹੋਏ ਸੁੰਦਰ ਨੇ, ਬੜੇ ਕਰ ਮਾਹੇ ਹੱਥਾਂ ਦੇ ਵਿੱਚ ਸਜਾਏ ਹੋਏ ਹਨ। ਅੰਕ ਬਿਠਾਏ ਬਦਨ ਕੋ ਦੇਖਤ ਗਰਤ ਦੁਲਾਰ ਮੋਦ ਉਪਜਾਹੀ। ਮਾਂ ਗੰਗਾ ਜੀ ਸਾਹਿਬਜ਼ਾਦਾ ਜੀ ਨੂੰ ਗੋਦੀ 'ਚ ਬਿਠਾ ਕਰਕੇ ਮੁਖੜਾ ਦੇਖਦੀ ਹੋਈ ਰੱਜਦੀ ਨਹੀਂ, ਬੜੇ ਦੁਲਾਰ ਲਾਡ ਕਰਦੀ ਹੋਈ ਮੋਦ ਉਪਜਾਏ, ਬੜੀ ਖੁਸ਼ੀ ਪ੍ਰਗਟ ਕਰਦੀ ਹੈ। ਰਲੀਆਂ ਕਰੈ ਨਵੀਂ ਨਿਤ ਬਹੁਤੀ ਤ੍ਰਿਆ ਵਧਾਈ ਆਵਤ ਪ੍ਰਾਹੀ। ਮਾਂ ਗੰਗਾ ਜੀ ਬੜੀਆਂ ਰਲੀਆਂ ਕਰਦੀ, ਰਲੀਆਂ ਦਾ ਅਰਥ ਹੁੰਦਾ ਖੁਸ਼ੀਆਂ ਕਰਨੀਆਂ, ਖੁਸ਼ੀਆਂ ਕਰਦੀ ਹੈ ਨਿਤ ਨਵੀਆਂ, ਨਵੀਂ ਤੋਂ ਨਵੀਂ ਖੁਸ਼ੀ ਹੁੰਦੀ ਹੈ। ਬਹੁਤ ਸਾਰੀਆਂ ਤ੍ਰਿਆ ਇਸਤਰੀਆਂ ਆ ਕੇ ਵਧਾਈਆਂ ਦਿੰਦੀਆਂ ਹਨ। ਦੇਤ ਆਸ਼ਿਖਾ ਨੰਦਨ ਤੇਰੋ ਜੁਗ ਜੁਗ ਜੀਵੋ ਦੁਖ ਕਬ ਨਾਹੀ। ਕੋਈ ਵਧਾਈਆਂ ਮਾਈਆਂ ਦਿੰਦੀਆਂ, ਕੋਈ ਅਸੀਸਾਂ ਦਿੰਦੀਆਂ, ਵੱਡੀਆਂ ਉਮਰ ਦੀਆਂ ਕਹਿੰਦੀਆਂ ਨੇ ਗੰਗਾ ਜੀ ਤੁਹਾਡਾ ਨੰਦਨ ਪੁੱਤਰ ਜੁਗ ਜੁਗ ਜੀਵੇ, ਵੱਡੀ ਉਮਰ ਵਾਲਾ ਹੋਵੇ, ਦੁੱਖ ਜੀ ਕਬ ਨਾ ਹੈ, ਕਦੀ ਕਿਸੇ ਤਰ੍ਹਾਂ ਦਾ ਦੁੱਖ ਨਾ ਲੱਗੇ ਤੁਹਾਡਾ ਸਾਹਿਬਜ਼ਾਦੇ ਪੁੱਤਰ ਨੂੰ, ਸਦਾ ਹੀ ਲੰਮੀਆਂ ਉਮਰਾਂ ਮਾਣੇ, ਸਦਾ ਹੀ ਸੁਖੀ ਰਵੇ। ਚੰਦੂ ਸੁਤਾ ਸਬੰਧ ਪ੍ਰਤੀਖਤ ਕਬ ਆਵੇ ਦਿਜਵਰ ਇਸ ਥਾਈ। ਮਾਂ ਗੰਗਾ ਜੀ ਮਨ ਦੇ ਵਿੱਚ ਪ੍ਰਤੀਖਤ ਹੁੰਦੇ, ਉਡੀਕ ਕਰਦੇ ਨੇ ਕਿ ਚੰਦੂ ਦੀ ਸੁਤਾ ਪੁੱਤਰੀ ਦਾ ਸੰਬੰਧ ਰਿਸ਼ਤਾ ਆ ਰਿਹਾ ਹੈ, ਕਬ ਆਵੇ ਦਿਜਵਰ ਇਸ ਥਾਂ, ਤੇ ਬ੍ਰਾਹਮਣ ਆ ਕੇ ਕਦੋਂ ਇਸ ਥਾਂ ਤੇ ਪਹੁੰਚੇਗਾ, ਇਸ ਤਰ੍ਹਾਂ ਮਨ ਚ ਉਡੀਕਦੇ ਹਨ। ਤਿਸ ਦਿਨ ਪਰ ਬਲਿਹਾਰ ਸਖੀਰੀ ਜਬ ਮੇਰੋ ਸੁਤ ਤਿਲਕ ਕਢਾਈ। ਮਾਤਾ ਜੀ ਕਹਿੰਦੇ ਨੇ ਸਖੀਆਂ ਦੇ ਤਾਏ ਜਿਹੜੀਆਂ ਸਹੇਲੀਆਂ ਨੇ ਮਾਤਾ ਜੀ ਦੀਆਂ, ਉਹਨਾਂ ਨੂੰ ਆਖਦੇ ਨੇ ਕਿ ਮੈਂ ਉਸ ਦਿਨ ਤੋਂ ਬਲਿਹਾਰ ਸਦਕੇ ਜਾਵਾਂਗੀ। ਸਖੀਰੀ ਹੈ ਸਹੇਲਿਓ ਜਬ ਮੇਰੋ ਸੁਤ ਤਿਲਕ ਕਢਾਏ, ਜਦੋਂ ਮੇਰੇ ਪੁੱਤਰ ਦੇ ਮੱਥੇ ਉੱਪਰ ਸਗਾਈ ਦਾ ਤਿਲਕ ਲੱਗੇਗਾ ਨਾ, ਮੈਂ ਬੜੀਆਂ ਖੁਸ਼ੀਆਂ ਮਨਾਵਾਂਗੀ। ਉਤ ਸਵਰ ਚਹਿ ਅਨੇਕ ਵਿਦਨ ਕੇ ਢੋਲਕ ਬਜੈ ਨਾਗਰੀ ਗਾਏ। ਆਪਾਂ ਕਈ ਤਰ੍ਹਾਂ ਦੇ ਉਤਸ਼ਾਹ ਦੇ ਸਮਾਗਮ ਰਚਾਂਗੇ, ਢੋਲ ਵਜਾਵਾਂਗੇ, ਇਸੇ ਤਰ੍ਹਾਂ ਹੀ
ਘੋੜੀਆਂ ਗਾਈਆਂ ਜਾਣਗੀਆਂ। ਜਗ ਗੁਰ ਬਖਸ਼ਿਸ਼ ਦੀਨਨ ਕਰ ਹੈ, ਮਚੈ ਕੁਲਾਹਲ ਨਰ ਸਮੁਦਾਇ। ਜਗਤ ਦੇ ਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਗਰੀਬਾਂ ਤੇ ਬਖਸ਼ਿਸ਼ਾਂ ਕਰਦੇ ਨੇ, ਨਿਹਾਲ ਕਰਦੇ ਨੇ। ਜਦੋਂ ਇਹੋ ਜਿਹਾ ਖੁਸ਼ੀ ਦਾ ਸਮਾਂ ਹੋਇਆ ਤੇ ਉਹਨਾਂ ਤਾਂ ਬੜੀ ਪ੍ਰਸੰਨਤਾ ਜ਼ਾਹਰ ਕਰਦਿਆਂ ਲੋੜਵੰਦਾਂ ਨੂੰ ਨਿਹਾਲ ਕਰਨਾ ਹੈ। ਤੇ ਮਾਤਾ ਜੀ ਨਾਲ ਕਹਿੰਦੇ ਮਚੇ ਕੋਲਾਹਲ ਨਰ ਸਮੁਦਾਇ। ਜਦੋਂ ਬੇਅੰਤ ਸਿੱਖ ਸੰਗਤਾਂ ਇਕੱਠੀਆਂ ਹੋਈਆਂ ਬੜਾ ਕੋਲਾਹਲ ਹੋਵੇਗਾ, ਆਨੰਦ ਮੰਗਲ ਹੋਵੇਗਾ, ਖੁਸ਼ੀ ਦਾ ਰੌਲਾ ਪ੍ਰਗਟ ਹੋਵੇਗਾ। ਦੋਹਰਾ ਆਜ ਕਾਲ ਦਿਜ ਆਏ ਹੈ, ਉਤਸਵ ਰਚੈ ਵਿਸ਼ਾਲ। ਸੋ ਭਾਈ ਸਾਹਿਬ ਦੱਸ ਰਿਹਾ ਕਿ ਮਾਂ ਗੰਗਾ ਜੀ ਉਡੀਕਦੇ ਕਿ ਅੱਜ ਕੱਲ ਬਸ ਬ੍ਰਾਹਮਣ ਆਉਣ ਵਾਲਾ ਹੈ ਤੇ ਬੜੇ ਭਾਰੀ ਉਤਸਵ ਰਚੇ ਜਾਣਗੇ। ਏਮ ਸਖੀਆਂ ਮਹਿ ਬੈਠ ਕਰ, ਗੰਗਾ ਚਹਿ ਉਤਾਲ। ਇਸ ਤਰ੍ਹਾਂ ਆਪਣੀਆਂ ਸਖੀਆਂ ਸਹੇਲੀਆਂ ਵਿੱਚ ਬੈਠ ਕੇ ਮਾਂ ਗੰਗਾ ਜੀ ਬੜੀ ਚਹਿ ਉਤਾਲ, ਬੜੀ ਕਾਹਲੀ ਚਾਹੁੰਦੇ ਕਿ ਛੇਤੀ ਲਾਗੀ ਆਉਣ ਤੇ ਛੇਤੀ ਸਪੁੱਤਰ ਦਾ ਮੰਗਣਾ ਹੋਵੇ। ਸਵਈਆ ਛੰਦ ਦਿਜ ਦਿੱਲੀ ਤੇ ਆਏ ਸੋਦਾਸਰ, ਸ਼੍ਰੀ ਅਰਜਨ ਸੁਨ ਕਹਿ ਦੀਨ। ਜਦੋਂ ਬ੍ਰਹਮ ਲਾਗੀ ਲੋਕ ਦਿੱਲੀ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਪਹੁੰਚੇ, ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸੁਣ ਕਰਕੇ ਸੇਵਾਦਾਰਾਂ ਤਾਈਂ ਕਹਿ ਦਿੱਤਾ, ਗਮਨੋ ਦਾਸ ਜਥੋ ਚਿਤ ਸੇਵਾ, ਕਰੋ ਭਲੋ ਜੈਸੇ ਚਿਤ ਚੀਨ। ਕਿ ਜਾਓ ਸੇਵਾਦਾਰੋ, ਲਾਗੀ ਲੋਕ ਆਏ ਹਨ, ਜਥਾ ਜੋਗ ਉਹਨਾਂ ਦੀ ਸੇਵਾ ਕਰੋ। ਭਲੋ ਜੈਸੇ, ਜਿਵੇਂ ਭਲੀ ਪ੍ਰਕਾਰ ਚੰਗਾ ਹੋਵੇ, ਚਿਤ ਚੀਨ ਮਨ 'ਚ ਚੰਗਾ ਵਿਚਾਰ ਸੋਚ ਕਰਕੇ ਹਰ ਤਰ੍ਹਾਂ ਨਾਲ ਉਹਨਾਂ ਦੀ ਟਹਿਲ ਸੇਵਾ ਕਰੋ। ਮੋਦਕ ਆਦਿਕ ਦਿਓ ਪਕਵਾਨਾ, ਸੂਖਮ ਚਾਵਰ ਕ੍ਰਿਤ ਮਲਹੀਨ। ਉਹਨਾਂ ਦੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕਰੋ। ਮੋਦਕ ਹੁੰਦੇ ਲੱਡੂ, ਲੱਡੂ ਟਿਕਾਟ ਇਤਿਆਦਿਕ ਮਿੱਠਾ। ਪੁਰਾਣੇ ਸਮੇਂ 'ਚ ਵਿਆਹਾਂ ਵਿੱਚ ਜ਼ਿਆਦੀ ਬੂੰਦੀ ਤੇ ਲੱਡੂ ਬਣਾਏ ਜਾਂਦੇ ਸਨ। ਸੋ ਪਕਵਾਨਾਂ ਕਹਿੰਦੇ ਨੇ ਜਿਹੜੇ ਤਲੇ ਹੋਏ ਪਕਵਾਨ ਹੋਣ, ਤਲੀਆਂ ਹੋਈਆਂ ਚੀਜ਼ਾਂ ਜਿਵੇਂ ਪੂੜੀਆਂ, ਪੂੜੇ ਤੇ ਆਦਿਕ, ਉਹਨਾਂ ਨੂੰ ਪਕਵਾਨ ਬੋਲਿਆ ਜਾਂਦਾ। ਬਾਕੀ ਜਿਵੇਂ ਚੌਲ ਉਬਾਲੇ ਹੁੰਦੇ, ਇਹਨਾਂ ਨੂੰ ਕੱਚਾ ਭੋਜਨ ਕਿਹਾ ਜਾਂਦਾ। ਰੋਟੀ ਪ੍ਰਸ਼ਾਦੇ ਨੂੰ, ਚੌਲਾਂ ਨੂੰ ਕੱਚਾ ਭੋਜਨ ਮੰਨਿਆ ਜਾਂਦਾ ਤੇ ਪਕਵਾਨ ਮੰਨੇ ਜਾਂਦੇ ਜਿਹੜੇ ਤਲੇ ਹੋਣ, ਤਲੀਆਂ ਹੋਈਆਂ ਵਸਤੂਆਂ ਖਾਣ ਵਾਲੀਆਂ। ਤੇ ਸਾਹਿਬਾਂ ਕਿਹਾ ਕਿ ਹਰ ਤਰ੍ਹਾਂ ਦਾ ਭੋਜਨ ਜਿਹੜਾ ਸੂਖਮ ਚਾਵਰ ਕ੍ਰਿਤ ਮਲਹੀਨ, ਬੜੇ ਸੂਖਮ ਬਰੀਕ ਜੇ ਚੌਲ ਤਿਆਰ ਹੋਏ, ਮਲ ਤੋਂ ਰਹਿਤ, ਬੜੇ ਸਾਫ ਸੁਥਰਾ ਭੋਜਨ ਜਿਹੜਾ ਹੈ ਉਹਨਾਂ ਨੂੰ ਪਚਾਇਆ ਜਾਵੇ। ਰੁਚਿਰ ਪਰਯੰਕ ਦਏ ਪਹੁੰਚਾਈ, ਆਸਤਰਨ ਸੋ ਸਾਧਨ ਕੀਨ। ਗੁਰੂ ਸਾਹਿਬ ਦਾ ਹੁਕਮ ਮੰਨ ਕੇ ਸੇਵਾਦਾਰਾਂ ਨੇ ਜਥਾ ਜੋਗ ਜਾ ਕੇ ਸਾਰੀ ਅੱਗੋਂ ਆਓ ਭਗਤ ਕੀਤੀ। ਰੁਚਿਰ ਹੁੰਦੇ ਸੋਹਣੇ ਸੁੰਦਰ, ਪ੍ਰਿਯੰਕ ਕਹਿੰਦੇ ਪਲੰਘਾਂ ਨੂੰ। ਸੋਹਣੇ ਪਲੰਘ ਜਿਹੜੇ ਸਨ ਢਾਹ ਦਿੱਤੇ ਗਏ, ਸੋਹਣੇ ਆਸਤਰਨ ਵਿਛਾਉਣਿਆਂ ਦੇ ਨਾਲ ਛਾਦਨ ਢੱਕ ਦਿੱਤੇ, ਸੋਹਣੀਆਂ ਚਾਦਰਾਂ ਚਤਈਆਂ ਜਿਹੜੀਆਂ ਸਨ ਉਹ ਪਲੰਘਾਂ ਤੇ ਵਿਛਾ ਦਿੱਤੀਆਂ। ਦੋਹਰਾ ਖਰੇ ਕਰੀ ਟਿਕ ਦਾਸ ਗਨ, ਸੇਵਾ ਸਰਬ ਪ੍ਰਕਾਰ। ਬਹੁਤ ਸਾਰੇ ਸੇਵਾਦਾਰ ਨੇੜੇ ਤੇੜੇ ਖਲੋਤੇ ਨੇ ਸੇਵਾ ਕਰਨ ਵਾਸਤੇ। ਕਰਵਾਈ ਸ਼੍ਰੀ ਸਤਿਗੁਰੂ, ਲਖ ਲੌਕਿਕ ਵਿਵਹਾਰ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਏ ਹੋਏ ਲਾਗੀਆਂ ਦੀ ਆਓ ਭਗਤ ਟਹਿਲ ਸੇਵਾ ਜਥਾ ਜੁਗ ਸਾਰੀ ਤਰ੍ਹਾਂ ਨਾਲ ਕਰਵਾਈ ਹੈ। ਕਿਉਂ ਕਰਵਾਈ? ਲਖ ਲੌਕਿਕ ਵਿਵਹਾਰ। ਇਹ ਸਮਾਜ ਦੀ ਰੀਤੀ ਹੈ ਕਿ ਜਦੋਂ ਕੋਈ ਇਹੋ ਜਿਹਾ ਸਮਾਂ ਹੋਏ, ਜਦੋਂ ਉੱਧਰੋਂ ਇੱਧਰੋਂ ਲਾਗੀ ਆਉਣ, ਉਹਨਾਂ ਦਾ ਅਦਬ ਸਤਿਕਾਰ ਕਰਨਾ, ਇਹਨੂੰ ਲੌਕਿਕ ਵਿਵਹਾਰ ਕਹਿੰਦੇ ਨੇ। ਜੋ ਲੋਕਾਂ ਦੀ ਬਣਾਈ ਹੋਈ ਰੀਤੀ ਹੈ ਸਮਾਜ ਦੇ ਅੰਦਰ, ਲਖ ਲੌਕਿਕ ਵਿਵਹਾਰ। ਵੈਸੇ ਗੁਰੂ ਘਰ 'ਚ ਸਾਰਿਆਂ ਦਾ ਅਦਬ ਸਤਿਕਾਰ ਹੁੰਦਾ ਹੈ, ਪਰ ਇਹ ਜੋ ਲੌਕਿਕ ਵਿਵਹਾਰ ਹੈ ਨਾ, ਸਮਾਜ ਦੀ ਰੀਤੀ ਹੈ, ਜੋ ਪੁਰਾਤਨ ਰੀਤੀ ਮਰਿਆਦਾ ਚੱਲੀ ਆਈ ਹੈ, ਸੋ ਉਹ ਲੌਕਿਕ ਵਿਵਹਾਰ ਲੱਖ ਜਾਣ ਕਰਕੇ ਸਮਝ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਏ ਹੋਏ ਲਾਗੀਆਂ ਦੀ ਯਥਾਯੋਗ ਟਹਿਲ ਸੇਵਾ ਕਰਵਾਈ। ਜੋ ਚੀਜ਼ ਵਸਤੂ ਉਹਨਾਂ ਨੂੰ ਚਾਹੀਦਾ ਸੀ ਲੰਗਰ ਪ੍ਰਸ਼ਾਦ ਪਕਵਾਨ ਛਕਣ ਵਾਸਤੇ, ਉਹ ਸਾਰੀਆਂ ਵਸਤੂਆਂ ਸੇਵਾਦਾਰਾਂ ਤਾਈਂ ਹੁਕਮ ਕਰਕੇ ਪਹੁੰਚਾਈਆਂ। ਉਹਨਾਂ ਦੇ ਵਿਸਰਾਮ ਕਰਨ ਵਾਸਤੇ ਸੋਹਣੇ ਪਲੰਘ ਜਿਹੜੇ ਸਨ ਢਾਹ ਕਰਕੇ
ਸੁੰਦਰ ਵਿਛਾਉਣੇ ਉੱਪਰ ਵਿਛਾ ਦਿੱਤੇ ਗਏ। ਪੁਰਾਣੇ ਚਟਾਈਆਂ ਹੁੰਦੀਆਂ ਸਨ, ਵੱਡੀਆਂ ਵੱਡੀਆਂ ਖੇਸ ਜਿਸ ਤਰ੍ਹਾਂ ਹੁੰਦੇ ਹਨ, ਇਸ ਤਰ੍ਹਾਂ ਚਟਾਈਆਂ ਦੋ ਦੋ ਮੰਜਿਆਂ 'ਤੇ ਇਕੱਠੀਆਂ ਹੀ ਵਿਛਾ ਦਿਆ ਕਰਦੇ ਸਨ ਜਦੋਂ ਖਾਸ ਕਰਕੇ ਬਰਾਤਾਂ ਆਉਂਦੀਆਂ ਹੁੰਦੀਆਂ ਸਨ ਪੁਰਾਣੇ ਸਮੇਂ ਅੰਦਰ। ਸੋ ਉਹ ਵਿਛਾਉਣੇ ਜਿਹੜੇ ਨੇ ਆਸਤਰਨ ਪਲੰਘਾਂ ਦੇ ਉੱਪਰ ਵਿਛਾ ਦਿੱਤੇ ਗਏ। ਜੋ ਵੀ ਸੰਸਾਰ ਦੀ ਰੀਤੀ ਕਾਰ ਵਿਹਾਰ ਜਥਾ ਯੁਗ ਕਰਨਾ ਬਣਦਾ ਸੀ, ਪੰਚਮ ਗੁਰਦੇਵ ਨੇ ਉਹ ਜਥਾ ਯੁਗ ਸਾਰਾ ਕੀਤਾ। ਜਿਵੇਂ ਹੁਣ ਸਗਾਈ ਦੇ ਤਿਲਕ ਦੀ ਬਿਲਕੁਲ ਤਿਆਰੀ ਹੋਈ ਹੈ, ਉਹ ਸਾਰਾ ਪ੍ਰਸੰਗ ਭਾਈ ਸਾਹਿਬ ਜੀ ਅਗਲੇ ਅਧਿਆਏ ਦੇ ਅੰਦਰ ਚੌਥੀ ਰਾਸ ਦੇ ਚੌਥੇ ਅੰਸੂ ਦੇ ਵਿੱਚ ਬਿਆਨ ਕਰ ਰਹੇ ਨੇ। ਇੱਥੇ ਪ੍ਰਸੰਗ ਦੀ ਸਮਾਪਤੀ ਹੋਈ ਹੈ। ਨਵੇਂ ਪ੍ਰਸੰਗ ਦੇ ਅੰਦਰ ਮੇਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੀ ਸਰੀਰ ਉਮਰ 9 ਸਾਲ ਦੀ ਹੈ, ਉਹਨਾਂ ਦੀ ਪਹਿਲੀ ਸਗਾਈ ਦੀ ਤਿਆਰੀ ਹੋਈ ਹੈ। ਜਿਵੇਂ ਭਾਈ ਸਾਹਿਬ ਜੀ ਇਹ ਸਾਰਾ ਇਤਿਹਾਸ ਸਰਵਣ ਕਰਾਉਣਗੇ, ਅੱਗੇ ਸੁਣਾਂਗੇ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਸਤਿਗੁਰੂ ਜੀ, ਸਤਿਗੁਰੂ ਜੀ ਦੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣਾ। ਅੰਤਲੀਆਂ ਪੰਕਤੀਆਂ ਪੜ੍ਹ ਕੇ ਵਾਹਿਗੁਰੂ ਗੁਰ ਮੰਤਰ ਦਾ ਜਾਪ ਕਰਦਿਆਂ ਸਿਮਰਨ ਕਰਦਿਆਂ ਹੋਇਆਂ ਫਿਰ ਸਮਾਪਤੀ ਹੈ ਜੀ। ਖਰੇ ਕਰੇ ਟਿਗਦਾਸ ਗਨ ਸੇਵਾ ਸਰਬ ਪ੍ਰਕਾਰ ਕਰਵਾਈ ਸ਼੍ਰੀ ਸਤਿਗੁਰੂ ਲਖ ਲੌਕਿਕ ਵਿਵਹਾਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਗੁਰੂ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਦਾਨ ਜਾ ਕੈ ਸਦਾ ਵਿਵੇਕ ਹੈ ਅਪਰੰਪਰ ਹਾਰ ਹਾਰੇ ਸੰਤ ਕੈ ਸਦਾ ਸੰਗ ਨੇਦਾਰ ਆਧਾਰ ਹੈ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਾਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਉਤਰੇ ਪਾਰ ਜੋ ਸ਼ਰਦਾ ਕਾਰ ਸੇਵਦੇ ਗੁਰ ਪਾਰ ਉਤਾਰਨ ਹਾਰ ਜੋ ਸ਼ਰਦਾ ਕਾਰ ਸੇਵਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।